ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ। ਸਟੂਡੈਂਟਸ, ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਪੰਜਾਬੀ ਦੇ ਵਿੱਚ ਕਵਿਤਾ ਦਾ ਪੈਰਾ ਪੁੱਛਿਆ ਜਾਂਦਾ ਉਸ ਦੇ ਉੱਪਰ ਡਿਸਕਸ਼ਨ ਕਰਾਂਗੇ। ਠੀਕ ਹੈ, ਤੁਹਾਨੂੰ ਦੱਸਿਆ ਜਾਊਗਾ ਵੀ ਕਿਸ ਤਰ੍ਹਾਂ ਆਪਾਂ ਜਦੋਂ ਪੈਰਾ ਆਂਦਾ ਕਵਿਤਾ ਵਾਲਾ ਪੈਰਾ, ਸਭ ਤੋਂ ਜ਼ਿਆਦਾ ਬੱਚੇ ਜੋ ਕਨਫਿਊਜ਼ ਹੁੰਦੇ ਆ ਕਵਿਤਾ ਵਾਲੇ ਪੈਰੇ ਦੇ ਵਿੱਚ, ਉਹਦੇ ਵਿੱਚ ਇਹ ਬੱਚੇ ਇਹ ਸਵਾਲ ਕਰਦੇ ਆ ਵੀ ਸਰ ਇਹਦੇ ਵਿੱਚ ਕਈ ਕੁਐਸਚਨ ਸਾਨੂੰ ਜੋ ਹੈ ਇਸ ਤਰ੍ਹਾਂ ਦੇ ਮਿਲਦੇ ਵੀ ਇਹਨੇ ਆਨਸਰ ਸਾਨੂੰ ਲੱਭਦੇ ਨਹੀਂ ਹੈਗੇ। ਠੀਕ ਹੈ, ਤਾਂ ਤੁਹਾਨੂੰ ਜਿਹੜਾ ਅੱਜ ਦਾ ਜਿਹੜਾ ਪਹਿਲਾਂ ਤੁਹਾਨੂੰ ਕਵਿਤਾ ਬਾਰੇ ਡਿਸਕਸ਼ਨ ਕਰਵਾਈ ਜਾਊਗੀ ਵੀ ਕਵਿਤਾ ਹੁੰਦੀ ਕੀ ਆ, ਕੀ ਇਹਦੇ ਤੱਤ ਹੁੰਦੇ ਉਹਦੇ ਬਾਰੇ ਦੱਸਿਆ ਜਾਊਗਾ। ਠੀਕ ਹੈ, ਉਹਨਾਂ ਸਾਰਿਆਂ ਬਾਰੇ ਪਹਿਲਾਂ ਸਮਝੋ ਤੁਸੀਂ। ਠੀਕ ਹੈ, ਕਿਉਂਕਿ ਇਹਨਾਂ ਵਿੱਚੋਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਵੀ ਹੇਠ ਲਿਖੇ ਤੱਤ ਜਿਹੜੇ ਨੇਗੇ ਇਹਨਾਂ ਵਿੱਚੋਂ ਕਿਹੜਾ ਤੱਤ ਹੈ ਜਿਹੜਾ ਉਹ ਕਵਿਤਾ ਦਾ ਨਹੀਂ ਹੈਗਾ। ਠੀਕ ਹੈ, ਪਹਿਲਾਂ ਕਵਿਤਾ ਦਾ ਮੀਨਿੰਗ ਜਾਣੋ ਵੀ ਕੀ ਹੁੰਦਾ। ਠੀਕ ਹੈ, ਕਿਸ ਤਰ੍ਹਾਂ ਦੀ ਕਵਿਤਾ ਤੁਹਾਨੂੰ ਮਿਲਦੀ ਹੈ। ਜ਼ਿਆਦਾਤਰ ਸਟੂਡੈਂਟ ਦਾ ਕੁਐਸਚਨ ਹੁੰਦਾ ਵੀ ਸਰ ਸਾਨੂੰ ਕਵਿਤਾ ਇਹ ਆਉਂਦਾ ਕੁਐਸਚਨ ਵੀ ਕਵਿਤਾ ਕਿਹੜੇ ਕਵੀ ਦੀ ਲਿਖੀ ਹੋਈ ਆ, ਇਹ ਕਿਸ ਤਰ੍ਹਾਂ ਦੀ ਕਵਿਤਾ। ਇਹ ਸਾਰੇ ਤੁਹਾਡੇ ਡਾਊਟ ਕਲੀਅਰ ਕੀਤੇ ਜਾਣਗੇ। ਬਟ ਤੁਸੀਂ ਜਿਹੜੇ ਤੁਹਾਡੇ ਜੋ ਕਵਿਤਾ ਦਾ ਪੈਰਾ ਇਹਦੇ ਉੱਪਰ 3 ਤੋਂ 4 ਕਲਾਸਾਂ ਤੁਹਾਡੇ ਲਗਾਈਆਂ ਜਾਣਗੀਆਂ। ਬਟ ਤੁਸੀਂ ਜੇ ਧਿਆਨ ਨਾਲ ਸੁਣੋਗੇ ਤੁਸੀਂ ਇਹ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਜਾਣਗੇ। ਠੀਕ ਹੈ ਜੀ, ਪਹਿਲਾਂ ਆਪਾਂ ਕਵਿਤਾ ਬਾਰੇ ਜਾਣ ਲਈ ਵੀ ਹੁੰਦੀ ਕੀ ਆ ਕਵਿਤਾ। ਠੀਕ ਹੈ ਜੀ, ਦੇਖੋ ਕਵਿਤਾ ਕੀ ਚੀਜ਼, ਦੇਖੋ ਜਿਸ ਨੂੰ ਇੰਗਲਿਸ਼ ਵਿੱਚ ਪੋਇਮ ਕਹਿੰਦੇ ਆ। ਠੀਕ ਹੈ, ਹਰ ਇੱਕ ਨੂੰ ਇਹ ਲੱਗਦਾ ਕਿ ਵੀ ਕਵਿਤਾ ਜੋ ਛੋਟੀਆਂ ਲਾਈਨਾਂ ਦੇ ਵਿੱਚ ਲਿਖਦੇ ਜੋ ਕਵਿਤਾ ਹੁੰਦੀ ਆ, ਬਸ ਆਹ ਚੀਜ਼ ਆਪਾਂ ਸਮਝ ਲੈਣ ਵੀ ਜਿਹਨੂੰ ਗੀਤ ਦੀ ਤਰ੍ਹਾਂ ਗਾਇਆ ਜਾਂਦਾ, ਆਪਾਂ ਮੋਸਟਲੀ ਇਹੀ ਚੀਜ਼ ਸਮਝਦੇ ਆ ਸਟੂਡੈਂਟ। ਬਟ ਦੇਖੋ ਵੀ ਕਹਿੰਦੇ ਕਵੀ ਆ ਜਿਹੜਾ ਕਵਿਤਾ ਰਾਹੀਂ ਕੀ ਕਰਦਾ ਹੁੰਦਾ, ਆਪਣੇ ਅੰਦਰੂਨੀ ਭਾਵ ਨੇ ਜਿਹੜੇ ਉਹ ਸਤਰਾਂ ਰਾਹੀਂ। ਠੀਕ ਹੈ ਜੀ, ਸਤਰਾਂ ਇੱਥੇ ਆਪਾਂ ਕਹਿ ਸਕਦੇ ਵੀ ਜੋ ਲਾਈਨਾਂ ਹੁੰਦੀਆਂ ਨੇ ਉਹਨਾਂ ਰਾਹੀਂ ਕੀ ਕਰਦਾ, ਪ੍ਰਗਟ ਕਰਦਾ ਹੁੰਦਾ, ਪੇਸ਼ ਕਰਦਾ ਹੁੰਦਾ। ਠੀਕ ਹੈ, ਹਰ ਇੱਕ ਵਿਅਕਤੀ ਹੈ ਜਿਹੜਾ, ਦੇਖੋ ਕਵੀ ਹਰ ਇੱਕ ਨਹੀਂ ਬਣ ਸਕਦਾ। ਠੀਕ ਹੈ, ਹਰ ਇੱਕ ਦੇ ਅੰਦਰ ਭਾਵ ਹੁੰਦੇ, ਹਰ ਇੱਕ ਵਿਅਕਤੀ ਦੇ ਅੰਦਰ ਆਪਣੀ ਫੀਲਿੰਗਸ ਹੁੰਦੀਆਂ ਨੇ, ਉਹਨਾਂ ਨੂੰ ਜਿਹੜਾ ਪੇਸ਼ ਕਰਨ ਦਾ ਤਰੀਕਾ ਹਰ ਇੱਕ ਕੋਲ ਨਹੀਂ ਹੁੰਦਾ ਵੀ ਉਹਨੂੰ ਪੇਜ ਦੇ ਉੱਪਰ ਸਹੀ ਤਰੀਕੇ ਨਾਲ ਸੁੰਦਰ ਤਰੀਕੇ ਨਾਲ ਉਤਾਰ ਸਕੇ। ਹੈ ਨਾ, ਦੇਖੋ ਵੀ ਕਵਿਤਾ ਰਾਹੀਂ ਕੀ ਕਰਦਾ, ਆਪਣੇ ਅੰਦਰੂਨੀ ਭਾਵ ਜੋ ਸਤਰਾਂ ਰਾਹੀਂ ਪ੍ਰਗਟ ਕਰਦਾ। ਜਿਵੇਂ ਉਹ ਭਾਵ ਕਿਸ ਤਰ੍ਹਾਂ ਦੇ ਹੋ ਸਕਦੇ ਨੇ, ਖੁਸ਼ੀ ਦੇ ਭਾਵ ਹੋ ਸਕਦੇ ਨੇ, ਗਮੀ ਦੇ ਭਾਵ ਹੋ ਸਕਦੇ ਨੇ, ਕੋਈ ਡਰ ਹੋ ਸਕਦਾ ਉਹਦੇ ਅੰਦਰ, ਜੋ ਤਣਾਅ ਹੋ ਸਕਦਾ ਹੈ। ਠੀਕ ਹੈ ਜੀ, ਡਰ ਇੱਥੇ ਕਹਿ ਸਕਦਾ ਵੀ ਕਿਸੇ ਜੋ ਦੰਗੇ ਫਸਾਦ ਹੋਇਆ ਜਾਂ ਕਿਸੇ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਉਹਦਾ ਡਰ ਉਹਦੇ ਅੰਦਰ ਹੈ, ਉਸ ਡਰ ਨੂੰ ਲੈ ਕੇ ਉਹ ਕਵਿਤਾ ਲਿਖ ਸਕਦਾ। ਠੀਕ ਹੈ ਜੀ, ਕੋਈ ਉਸਨੂੰ ਜੀਵਨ ਦੇ ਵਿੱਚ ਕੋਈ ਸਫਲਤਾ ਮਿਲੀ ਆ ਜਾਂ ਉਸਨੂੰ ਕੁਝ ਵਧੀਆ ਮਿਲਿਆ ਤਾਂ ਉਹਦੇ ਖੁਸ਼ੀ ਦੇ ਵਿੱਚ ਉਹ ਕੋਈ ਕਵਿਤਾ ਲਿਖ ਸਕਦਾ। ਠੀਕ ਹੈ ਜੀ, ਕੋਈ ਉਹਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਮਿਲਿਆ, ਗਮ ਮਿਲਿਆ, ਉਹਦੇ ਉੱਪਰ ਉਹ ਕਵਿਤਾ ਲਿਖ ਸਕਦਾ। ਠੀਕ ਹੈ ਜੀ, ਇਸ ਤੋਂ ਇਲਾਵਾ ਤਣਾਅ ਦੀ ਗੱਲ ਆਈਏ ਵੀ ਜ਼ਿੰਦਗੀ ਦੇ ਵਿੱਚ ਵਿਅਕਤੀ ਨੂੰ ਕਈ ਵਾਰੀ ਕੀ ਹੁੰਦਾ, ਕਿਸੇ ਤਰ੍ਹਾਂ ਦਾ ਤਣਾਅ ਮਹਿਸੂਸ ਹੁੰਦਾ ਹੈ। ਠੀਕ ਹੈ, ਕੋਈ ਉਹਦੀ ਜ਼ਿੰਦਗੀ ਦੇ ਵਿੱਚ ਇਨਸੀਡੈਂਟ ਇਸ ਤਰ੍ਹਾਂ ਦਾ ਵਾਪਰਦਾ ਵੀ ਉਹ ਤਣਾਅ ਦੇ ਵਿੱਚ ਚਲਾ ਜਾਂਦਾ, ਤਾਂ ਉਸ ਸਮੇਂ ਉਹ ਆਪਣਾ ਭਾਵ ਦੱਸਦਾ ਵੀ ਤਣਾਅ ਕਿਸ ਤਰ੍ਹਾਂ ਉਹਨੂੰ ਆਇਆ ਜਾਂ ਉਹਦੇ ਅੰਦਰ ਜੋ ਫੀਲਿੰਗ ਹੁੰਦੀ ਨੇ ਉਹਨੂੰ ਸ਼ੋਅ ਕਰਦਾ ਉਹ। ਹੈ ਨਾ, ਇਹ ਚੀਜ਼ ਹੈ। ਠੀਕ ਹੈ ਜੀ, ਤਾਂ ਧਿਆਨ ਰੱਖਣਾ ਹਮੇਸ਼ਾ ਇਹ ਕਾਹਦੇ ਉੱਪਰ ਡਿਪੈਂਡ ਹੁੰਦੀ ਆ ਪੂਰੀ ਕਵਿਤਾ, ਇੱਕ ਭਾਵ ਹੁੰਦਾ ਉਹਦੇ ਅੰਦਰ। ਉਹ ਕਾਸੇ ਦਾ ਵੀ ਹੋ ਸਕਦਾ, ਖੁਸ਼ੀ ਦਾ ਹੋ ਸਕਦਾ, ਗਮੀ ਦਾ ਹੋ ਸਕਦਾ, ਕੋਈ ਡਰ ਹੋ ਸਕਦਾ ਕਿਸੇ ਤਰ੍ਹਾਂ ਦਾ, ਇਹਨਾਂ ਸਾਰਿਆਂ ਨੂੰ ਉਸਨੇ ਪੇਸ਼ ਕਰਨਾ ਹੁੰਦਾ ਹੈ। ਦੇਖੋ ਇਸ ਤੋਂ ਇਲਾਵਾ ਸਾਹਿਤ ਦਾ ਜਿਹੜਾ ਪਹਿਲਾ ਰੂਪ ਉਹ ਕਵਿਤਾ ਹੁੰਦੀ ਆ। ਠੀਕ ਹੈ ਜੀ, ਸਾਹਿਤ ਦੇ ਬਹੁਤ ਰੂਪ ਨੇ। ਠੀਕ ਹੈ, ਸਫ਼ਰਨਾਮਾ ਹੋ ਗਿਆ, ਨਾਵਲ ਹੋ ਗਏ, ਕਵਿਤਾ ਜੋ ਠੀਕ ਹੈ ਕਵਿਤਾ ਤਾਂ ਹੈਗੀ ਆ। ਠੀਕ ਹੈ, ਸਫ਼ਰਨਾਮਾ ਹੋ ਗਿਆ। ਠੀਕ ਹੈ, ਸਾਰੇ ਕਈ ਤਰ੍ਹਾਂ ਦੇ ਮਤਲਬ ਕਿ ਇਹਦੇ ਭਾਗ ਹੁੰਦੇ ਆ। ਠੀਕ ਹੈ ਜੀ, ਬਟ ਕਵਿਤਾ ਜਿਹੜੀ ਉਹ ਕਹਿੰਦੇ ਇਹ ਸਾਹਿਤ ਦਾ ਪਹਿਲਾ ਰੂਪ ਹੁੰਦਾ। ਠੀਕ ਹੈ, ਕਿਉਂਕਿ ਵਿਅਕਤੀ ਹੈ ਜਿਹੜਾ ਸਭ ਤੋਂ ਪਹਿਲਾਂ ਇੱਕ ਕਹਿੰਦੇ ਕਿਲਕਾਰੀ ਹੀ ਮਾਰਦਾ ਵਿਅਕਤੀ। ਜਦੋਂ ਇੱਕ ਬੱਚਾ ਜਨਮ ਲੈਂਦਾ ਕਿਲਕਾਰੀ ਮਾਰਦਾ, ਉਹ ਕਿਲਕਾਰੀ ਵੀ ਇੱਕ ਕਵਿਤਾ ਦਾ ਰੂਪ ਧਾਰਨ ਕਰ ਲੈਂਦੀ ਹੈ ਸਟੂਡੈਂਟਸ। ਠੀਕ ਹੈ, ਤਾਂ ਕਵਿਤਾ ਦੀ ਪਹਿਲਾਂ ਸ਼ੁਰੂਆਤ ਹੋਈ ਸੀ। ਅੱਗੇ ਵੀ ਜਿਹੜੇ ਰਿਸ਼ੀ ਮੁਨੀ ਹੋਏ ਨੇ, ਠੀਕ ਹੈ, ਉਹ ਵੀ ਆਪਣੇ ਵਿਚਾਰ ਨੇ ਇੱਕ ਕਵਿਤਾ ਦੇ ਰੂਪ ਵਿੱਚ ਪੇਸ਼ ਕਰਦੇ ਆ। ਠੀਕ ਹੈ ਜੀ, ਦੇਖੋ ਇੱਥੇ ਅਗਲਾ ਗਾ। ਠੀਕ ਹੈ, ਕਹਿੰਦੇ ਹਰ ਕੋਈ ਕਵਿਤਾ ਨਹੀਂ ਲਿਖ ਸਕਦਾ। ਠੀਕ ਹੈ, ਹਰ ਕੋਈ ਵਿਅਕਤੀ ਹੈ ਜਿਹੜਾ ਉਹ ਕਵੀ ਨਹੀਂ ਬਣ ਸਕਦਾ। ਵੀ ਇਹ ਨਹੀਂ ਹੈਗਾ ਵੀ ਹਰ ਕੋਈ ਐਰਾ ਗੈਰਾ ਕੇ ਮਤਲਬ ਕਵਿਤਾ ਪੇਸ਼ ਕਰ ਦੂਗਾ ਸਟੂਡੈਂਟ, ਇਹ ਨਹੀਂ ਹੁੰਦਾ। ਕਹਿੰਦੇ ਇਹ ਇੱਕ ਕਲਾ ਹੁੰਦੀ ਆ। ਠੀਕ ਹੈ ਜੀ, ਕਵਿਤਾ ਉਹ ਇੱਕ ਕਲਾ ਹੈ ਜੋ ਮਹਾਰਤ ਰਾਹੀਂ ਹਾਸਲ ਹੁੰਦੀ ਹੈ। ਠੀਕ ਹੈ, ਜੋ ਵਿਅਕਤੀ ਮਾਹਿਰ ਹੋਊਗਾ ਉਹੀ ਕਵਿਤਾ ਲਿਖ ਸਕਦਾ, ਕੋਈ ਆਮ ਵਿਅਕਤੀ ਨਹੀਂ ਲਿਖ ਸਕਦਾ। ਠੀਕ ਹੈ ਜੀ, ਆਮ ਵਿਅਕਤੀ ਲਿਖ ਸਕਦਾ ਉਹ ਜਿਸ ਨੂੰ ਜੋ ਹੈ ਆਪਣੀ ਫੀਲਿੰਗਸ ਨੂੰ ਸ਼ੋਅ ਕਰਨਾ ਹੁੰਦਾ ਹੋਵੇ। ਠੀਕ ਹੈ, ਵੈਸੇ ਕਵੀ ਉਹ ਹੁੰਦਾ, ਆਪਾਂ ਜਿਵੇਂ ਹਰ ਕੋਈ ਵਿਅਕਤੀ ਜਿਹੜਾ ਆਮ ਵਿਅਕਤੀ ਹੈ ਜਿਹੜਾ ਆਪਾਂ ਕਹਿੰਦੇ ਵੀ ਕਵਿਤਾ ਲਿਖ ਸਕਦਾ, ਵੀ ਲਿਖ ਤਾਂ ਸਕਦਾ ਜੇ ਉਹਨੂੰ ਨੌਲੇਜ ਹੋਊਗੀ ਵੀ ਕਿਸ ਤਰ੍ਹਾਂ ਆਪਣੇ ਜਿਹੜੇ ਭਾਵ ਨੇ ਉਹਨਾਂ ਨੂੰ ਪ੍ਰਗਟ ਕਰਨਾ। ਠੀਕ ਹੈ ਜੀ, ਦੇਖੋ ਇੱਥੇ ਅਗਲਾ ਗਾ ਵੀ ਕਵਿਤਾ ਵਿੱਚ ਕਹਿੰਦੇ ਕੀ ਚੀਜ਼ਾਂ ਹੁੰਦੀਆਂ ਨੇ, ਖਿਆਲ ਹੁੰਦਾ ਤੁਹਾਡਾ, ਕਲਪਨਾ ਹੁੰਦੀ ਆ, ਤਾਲ ਹੁੰਦਾ ਤੇ ਜਜ਼ਬੇ, ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੁੰਦੀ ਆ। ਠੀਕ ਹੈ ਜੀ, ਇੱਕ ਤਾਲ ਹੁੰਦੀ ਹੈ ਕਵਿਤਾ। ਠੀਕ ਹੈ, ਇਹ ਨਹੀਂ ਕਿ ਜਦੋਂ ਤੁਸੀਂ ਕਵਿਤਾ ਬੋਲੋਗੇ, ਠੀਕ ਹੈ, ਤੁਸੀਂ ਉਹਨੂੰ ਐਜ਼ ਏ ਸੰਗੀਤ ਦੀ ਤਰ੍ਹਾਂ ਵੀ ਬੋਲੋਗੇ ਜਾਂ ਫਿਰ ਜਦੋਂ ਲਿਖੋਗੇ ਤਾਂ ਉਹਦੀ ਇੱਕ ਸੀਕੁਐਂਸ ਬਣਨਾ ਚਾਹੀਦਾ ਵੀ ਅਗਲੀ ਲਾਈਨ ਆ ਜਿਹੜੀ ਉਹਦੇ ਨਾਲ ਕੀ ਹੋਵੇ, ਮਿਲਦੀ ਹੋਵੇ, ਉਸ ਦਾ ਪਤਾ ਲੱਗੇ ਵੀ ਹਾਂ ਕਿਸ ਚੀਜ਼ ਦੀ ਗੱਲ ਚੱਲ ਰਹੀ ਹੈ।
ਇਹ ਹੁੰਦਾ, ਠੀਕ ਹੈ ਜੀ। ਖਿਆਲ ਹੋਵੇ, ਕਲਪਨਾ ਹੋਵੇ, ਤਾਲ ਹੋਵੇ ਤੇ ਜਜ਼ਬੇ ਦਾ ਇਹ ਸੁਮੇਲ ਹੁੰਦੀ ਹੈ। ਇਹ ਸਾਰੇ ਪੁਆਇੰਟ ਤੁਸੀਂ ਨੋਟ ਕਰਨੇ ਆ, ਧਿਆਨ ਨਾਲ ਸਮਝਣੇ ਆ, ਕਿਉਂਕਿ ਇਹਨਾਂ ਦੇ ਵਿੱਚ ਹੀ ਕੁਐਸਚਨ ਘੁੰਮਦੇ ਫਿਰਦੇ ਹੁੰਦੇ ਆ ਜੇ ਤੁਸੀਂ ਚੀਜ਼ ਨੂੰ ਚੰਗੀ ਤਰ੍ਹਾਂ ਸਮਝਿਆ ਹੋਊਗਾ। ਅਗਲਾ ਦੇਖੋ ਹੈ ਵੀ ਸਾਹਿਤ ਦਾ ਪਹਿਲਾ ਰੂਪ ਕਵਿਤਾ ਨੂੰ ਇਸ ਲਈ ਕਿਹਾ ਜਾਂਦਾ। ਦੇਖੋ ਪਹਿਲਾਂ ਸੀਗਾ ਵੀ ਕਵਿਤਾ ਜਿਹੜੀ ਸਾਹਿਤ ਦਾ ਪਹਿਲਾ ਰੂਪ ਆ। ਕਿਉਂ ਆ ਪਹਿਲਾ ਰੂਪ ਆ? ਕਿਉਂਕਿ ਨਾਥ ਹੋ ਗਏ, ਜੋਗੀ, ਸੂਫੀ ਜਾਂ ਫਿਰ ਗੁਰੂ ਫਕੀਰ ਜੋ ਵੀ ਆਪਣੇ ਹੋਏ ਨੇ ਹਨਾ ਸਾਰੇ, ਉਹਨਾਂ ਨੇ ਆਪਣੇ ਵਿਚਾਰ ਕਾਹਦੇ ਵਿੱਚ ਪੇਸ਼ ਕੀਤੇ ਸੀ? ਕਵਿਤਾ ਦੇ ਰੂਪ ਵਿੱਚ ਪੇਸ਼ ਕੀਤੇ ਸੀ। ਇਸੇ ਕਾਰਨ ਤਾਂ ਕਿਹਾ ਜਾਂਦਾ ਸੀ ਸੂਫੀ ਕਾਵਿ, ਗੁਰਮਤਿ ਕਾਵਿ ਤੇ ਵੀਰ ਕਾਵਿ, ਆਧੁਨਿਕ ਕਾਵਿ। ਇਹ ਸਾਰੀਆਂ ਚੀਜ਼ਾਂ ਆਪਾਂ ਪੜ੍ਹੀਆਂ ਹੋਈਆਂ ਨੇ ਸਟੂਡੈਂਟਸ, ਠੀਕ ਹੈ। ਇਹਨਾਂ ਨੂੰ ਹੀ ਤਾਂ ਹੀ ਕਰਕੇ ਮਤਲਬ ਕਿਹਾ ਜਾਂਦਾ ਵੀ ਜਿਹੜੀ ਕਵਿਤਾ ਗਈ ਉਹ ਸਾਹਿਤ ਦਾ ਰੂਪ ਹੈ, ਕਿਉਂਕਿ ਪਹਿਲਾਂ ਜਿਹੜੇ ਰਿਸ਼ੀ ਮੁਨੀ ਹੋਏ ਨੇ ਜਾਂ ਜੋ ਵੀ ਵਿਦਵਾਨ ਹੋਏ ਨੇ ਉਹ ਆਪਣੇ ਵਿਚਾਰ ਜਿਹੜੇ ਇੱਕ ਕਵਿਤਾ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖਦੇ ਸੀ, ਠੀਕ ਹੈ। ਵਿਅਕਤੀ ਨੇ ਵੀ ਕਹਿੰਦੇ ਜਿਹੜੀ ਇੱਕ ਕਿਲਕਾਰੀ ਮਾਰੀ ਸੀ ਪਹਿਲੀ, ਉਹ ਵੀ ਇੱਕ ਕਵਿਤਾ ਹੀ ਸੀ, ਠੀਕ ਹੈ, ਕਿਉਂਕਿ ਇੱਕ ਗੂੰਜੀ ਸੀ, ਠੀਕ ਹੈ, ਉਹ ਚੀਜ਼ ਹੈ। ਇਸ ਤੋਂ ਇਲਾਵਾ ਕਹਿੰਦੇ ਆਧੁਨਿਕ ਸਮੇਂ ਵਿੱਚ ਆਧੁਨਿਕ ਸਮੇਂ ਵਿੱਚ ਇੱਥੇ ਆਧੁਨਿਕ ਨਹੀਂ ਆਏਗਾ, ਇੱਥੇ ਵਾਰਤਕ ਆਏਗਾ, ਠੀਕ ਹੈ ਜੀ, ਵਾਰਤਕ। ਆਧੁਨਿਕ ਸਮੇਂ ਵਿੱਚ ਵਾਰਤਕ ਰੂਪ ਬਹੁਤ ਪ੍ਰਸਿੱਧ ਹੋ ਗਿਆ ਹੈ, ਠੀਕ ਹੈ ਜੀ। ਕਿਹੜਾ ਰੂਪ ਪ੍ਰਸਿੱਧ ਹੋ ਚੁੱਕਿਆ ਹੈ? ਵਾਰਤਕ। ਵਾਰਤਕ ਪਹਿਲਾਂ ਕੀ ਸਮਾਂ ਹੁੰਦਾ ਸੀਗਾ? ਕਵਿਤਾ ਦਾ ਸਮਾਂ ਹੁੰਦਾ ਸੀ, ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਾਰਤਕ ਦਾ ਜੋ ਹੈ ਪ੍ਰਚਲਨ ਹੈ, ਵਾਰਤਕ ਦੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਪ੍ਰਸਿੱਧੀ ਹੈ। ਤੇ ਇਸੇ ਕਾਰਨ ਹੀ ਜਿਹੜਾ ਵਾਰਤਕ ਹੈ ਦਾ ਸੰਬੰਧ ਕਾਹਦੇ ਨਾਲ ਹੁੰਦਾ? ਦਿਮਾਗੀ ਕਲਾ ਨਾਲ। ਕਈ ਵਾਰੀ ਪ੍ਰਸ਼ਨ ਆ ਜਾਏ ਜਿਵੇਂ ਵੀ ਕਵਿਤਾ ਦਾ ਸੰਬੰਧ ਹੇਠ ਲਿਖੇ ਵਿੱਚੋਂ ਕਿਸ ਚੀਜ਼ ਨਾਲ ਹੈ? ਕਵਿਤਾ ਦਾ ਸੰਬੰਧ, ਠੀਕ ਹੈ ਜੀ, ਸੰਬੰਧ ਕਿਸ ਚੀਜ਼ ਨਾਲ ਹੈ ਉਹ ਪੁੱਛ ਲਿਆ ਜਾਵੇ। ਇੱਥੇ ਆਪਸ਼ਨ ਲਿਖੇ ਹੁਣ ਦਿਲ ਨਾਲ, ਉੱਥੇ ਆਪਸ਼ਨ ਹੈ ਵੀ ਦਿਲ, ਦੂਸਰੀ ਆਪਸ਼ਨ ਹੈ ਦਿਮਾਗ ਤੇ ਤੀਸਰੀ ਆਪਸ਼ਨ ਆਪਣੀ ਅੱਖ, ਠੀਕ ਹੈ ਜੀ। ਚੌਥੀ ਇੱਥੇ ਲਿਖਤੇ ਕੋਈ ਨਹੀਂ, ਠੀਕ ਹੈ ਜੀ, ਕੋਈ ਨਹੀਂ। ਤਾਂ ਤੁਸੀਂ ਇੱਥੇ ਸਟੂਡੈਂਟਸ ਧਿਆਨ ਰੱਖਣਾ ਵੀ ਕਵਿਤਾ ਜਿਹੜੀ ਹਮੇਸ਼ਾ ਤੁਹਾਨੂੰ ਪਤਾ ਵੀ ਤੁਹਾਡੀਆਂ ਭਾਵਨਾਵਾਂ ਦਾ ਪ੍ਰਗਟਾ ਹੁੰਦੀ ਹੈ। ਤਾਂ ਭਾਵਨਾਵਾਂ ਆਪਣੇ ਅੰਦਰ ਕਿੱਥੇ ਹੁੰਦੀਆਂ ਨੇ? ਦਿਲ ਦੇ ਵਿੱਚ ਹੁੰਦੀਆਂ ਨੇ। ਦਿਲ ਦੇ ਰਾਹੀਂ ਆਪਾਂ ਕਵਿਤਾ ਰੱਖਦੇ ਦਿਲ, ਠੀਕ ਹੈ। ਹਰੇਕ ਕਵੀ ਹੈ ਜਿਹੜਾ ਉਹ ਆਪਣਾ ਦਿਲ ਖੋਲ੍ਹ ਕੇ ਰੱਖ ਦਿੰਦਾ ਹੈ, ਠੀਕ ਹੈ, ਦਿਲ ਦੀਆਂ ਗੱਲਾਂ ਕਰਦਾ ਕਵਿਤਾ ਰਾਹੀਂ। ਬਟ ਜਿਹੜਾ ਵਾਰਤਕ ਆ ਸਟੂਡੈਂਟਸ, ਉਹਦਾ ਸੰਬੰਧ ਕਿਸ ਚੀਜ਼ ਨਾਲ ਹੈ? ਦਿਮਾਗ ਨਾਲ, ਮਤਲਬ ਕਿ ਦਿਮਾਗ ਦੁਆਰਾ ਹਰ ਇੱਕ ਚੀਜ਼ ਉਹ ਲਿਖੇਗਾ, ਠੀਕ ਹੈ ਜੀ। ਇਸ ਤੋਂ ਇਲਾਵਾ ਕਹਿੰਦੇ ਜੋ ਹੈ ਵੀ ਵਿਚਾਰ ਜਿਹੜੇ ਭਾਵਾਂ ਤੋਂ ਜਨਮ ਲੈਂਦੇ ਨੇ, ਠੀਕ ਹੈ ਜੀ। ਵਿਚਾਰਾਂ ਤੋਂ ਹੀ ਭਾਵ ਜਨਮ ਲੈਂਦੇ ਨੇ, ਠੀਕ ਹੈ। ਵਿਚਾਰਾਂ ਤੋਂ ਭਾਵਾਂ ਦਾ ਜਨਮ ਹੁੰਦਾ, ਠੀਕ ਹੈ ਜੀ, ਭਾਵਾਂ ਦਾ ਜਨਮ ਹੁੰਦਾ। ਵੀ ਦੇਖੋ ਪਹਿਲਾਂ ਕੋਈ ਵੀ ਚੀਜ਼ ਹੈ, ਚਾਹੇ ਆਪਾਂ ਨੂੰ ਭੁੱਖ ਲੱਗਦੀ ਹੈ, ਭੁੱਖ ਪਹਿਲਾਂ ਆਪਣੇ ਅੰਦਰ ਭਾਵ ਆਉਂਦੇ ਵੀ ਹਾਂ ਭੁੱਖ ਦਾ ਭਾਵ ਹੈ, ਦੈਨ ਆਪਾਂ ਉਸ ਨੂੰ ਜੋ ਹੈ ਫਿਰ ਕੁਛ ਖਾਂਦੇ ਪੀਂਦੇ ਹਾਂ। ਜਾਂ ਇਹ ਲਗਾ ਲਓ ਵੀ ਆਪਣੇ ਪਹਿਲਾਂ ਆਪਾਂ ਨੂੰ ਦੁੱਖ ਦਾ ਕੀ ਹੁੰਦਾ? ਅਨੁਭਵ ਹੁੰਦਾ, ਭਾਵ ਹੁੰਦਾ, ਫੀਲ ਆਉਂਦਾ ਆਪਾਂ ਨੂੰ ਦੁੱਖ ਦਾ ਨਾ, ਦੈਨ ਉਸ ਤੋਂ ਬਾਅਦ ਆਪਾਂ ਉਸ ਦੇ ਉੱਪਰ ਵਿਚਾਰ ਲਿਖਦੇ ਹਾਂ, ਠੀਕ ਹੈ ਜੀ। ਪਹਿਲਾਂ ਕੀ ਆਉਂਦਾ? ਭਾਵ ਆਉਂਦਾ ਕਿਸੇ ਵੀ ਚੀਜ਼ ਦਾ, ਉਸ ਤੋਂ ਬਾਅਦ ਉਸ ਚੀਜ਼ ਦਾ ਵਿਚਾਰ ਆਉਂਦਾ ਆਪਾਂ ਨੂੰ, ਠੀਕ ਹੈ। ਕਵਿਤਾ ਕਹਿੰਦੇ ਕਵੀ ਦਾ ਕੀ ਹੁੰਦਾ? ਖੁੱਲ੍ਹਾ ਦਿਲ ਹੁੰਦਾ, ਠੀਕ ਹੈ। ਕੋਈ ਵੀ ਕਵਿਤਾ ਵਿਅਕਤੀ ਦਾ ਕਵੀ ਦਾ ਖੁੱਲ੍ਹਾ ਦਿਲ ਹੁੰਦੀ ਆ, ਕਿਉਂਕਿ ਕਵੀ ਇਹਦੇ ਵਿੱਚ ਆਪਣੇ ਦਿਲ ਖੋਲ੍ਹ ਕੇ ਰੱਖ ਦਿੰਦਾ। ਉਹ ਦੁੱਖ ਦਾ ਪ੍ਰਗਟਾ ਕਰ ਸਕਦਾ, ਆਪਣੀ ਖੁਸ਼ੀ ਨੂੰ ਸ਼ੋਅ ਕਰ ਸਕਦਾ, ਜਾਂ ਫਿਰ ਉਹਦਾ ਜੋ ਵੀ ਗਮੀ ਆ ਉਸਨੂੰ ਸ਼ੋਅ ਕਰਦਾ ਦੁੱਖ ਆਪਣਾ, ਹੈ ਨਾ। ਜਿਵੇਂ ਇੱਥੇ ਇੱਕ ਪੈਰਾ ਲਿਖਿਆ ਹੋਇਆ ਦੇਖੋ, ਆ ਪੰਜਾਬ ਪਿਆਰ ਤੂੰ ਮੁੜ ਆ ਸਿੱਖ ਪੰਜਾਬ ਤੂੰ ਘਰ ਆ, ਤੇਰੇ ਤੂਤ ਦਿਸਣ ਮੁਰਸਾਵੇ, ਠੀਕ ਹੈ ਜੀ। ਇਹ ਜਿਵੇਂ ਪੈਰਾ ਲਿਖਿਆ ਹੋਇਆ ਜੀ, ਠੀਕ ਹੈ। ਇਹਦੇ ਵਿੱਚ ਕਵੀ ਆ ਜਿਹੜਾ ਉਹ ਦਿਲ ਦੀ ਆਪਣੀ ਗੱਲ ਸਾਂਝੀ ਕਰਦਾ, ਉਹ ਪੁਰਾਣੇ ਪੰਜਾਬ ਨੂੰ ਪੁਕਾਰ ਰਿਹਾ ਵੀ ਪੁਰਾਣਾ ਪੰਜਾਬ ਵਾਪਸ ਆ ਜੇ, ਠੀਕ ਹੈ, ਜਿੱਥੇ ਲੋਕ ਮਿਲ ਕੇ ਰਹਿੰਦੇ ਸੀ, ਠੀਕ ਹੈ, ਇਕੱਠੇ ਰਹਿੰਦੇ ਸੀ, ਇੱਕ ਸਾਂਝਾ ਸੱਭਿਆਚਾਰ ਹੁੰਦਾ ਸੀਗਾ, ਤੇ ਲੋਕ ਤੂਤਾਂ ਦੀ ਹੈ ਨਾ ਛਾਵੇਂ ਬੈਠਦੇ ਹੁੰਦੇ ਸੀ ਵੀ ਤੇਰੇ ਤੂਤ ਦਿਸਣ ਮੁੜ ਛਾਵੇਂ, ਠੀਕ ਹੈ। ਵੀ ਜਿਵੇਂ ਪਹਿਲਾਂ ਤੂਤਾਂ ਦੀ ਛਾਵੇਂ ਲੋਕ ਬੈਠ ਕੇ ਹੈ ਨਾ ਬੈਠੇ ਹੁੰਦੇ ਸੀਗੇ, ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ, ਉਹ ਸਮਾਂ ਮੁੜ ਕੇ ਆਵੇ। ਪਹਿਲਾਂ ਵਾਲਾ ਪੰਜਾਬ ਵੀ ਹੁਣ ਤੁਹਾਨੂੰ ਪਤਾ ਕਿੰਨਾ ਬਦਲਾ ਚੁੱਕਿਆ, ਉਹ ਸੱਭਿਆਚਾਰ ਪੰਜਾਬ ਦਾ ਹੁਣ ਕਿਤੇ ਨਾ ਗੁੰਮ ਹੋ ਚੁੱਕਿਆ ਅੱਜ ਦੇ ਸਮੇਂ ਦੇ ਵਿੱਚ। ਜੋ ਪਹਿਲਾਂ ਹੁੰਦਾ ਸੀ ਉਹਦੀਆਂ ਗੱਲਾਂ ਇੱਥੇ ਕਵੀ ਕਰ ਰਿਹਾ ਵਾ, ਠੀਕ ਹੈ ਜੀ। ਅਗਲਾ ਦੇਖੋ, ਹਰੇਕ ਕਵਿਤਾ ਦਾ ਆਪਣਾ ਅਲੱਗ ਢੰਗ ਹੁੰਦਾ ਹੈ। ਦੇਖੋ ਹਰੇਕ ਕਵਿਤਾ ਜਿਹੜੀ ਦੂਸਰੀ ਕਵਿਤਾ ਤੋਂ ਅਲੱਗ ਹੋਊਗੀ, ਠੀਕ ਹੈ। ਇਹ ਨਹੀਂ ਹੈਗਾ ਵੀ ਇੱਕ ਕਵਿਤਾ ਦੂਸਰੀ ਨਾਲ ਮਿਲਦੀ ਹੋ। ਦੇਖੇ ਜੋ ਆਪਾਂ ਦੇਸ਼ ਭਗਤੀ ਉੱਪਰ ਕਵਿਤਾ ਲਿਖ ਰਹੇ ਹਾਂ ਆਪਾਂ, ਠੀਕ ਹੈ ਜੀ, ਦੇਸ਼ ਭਗਤੀ ਉੱਪਰ ਕਵਿਤਾ ਲਿਖ ਰਹੇ ਹਾਂ। ਇੱਕ ਆਪਾਂ ਰੋਮੈਂਟਿਕ ਲਿਖ ਰਹੇ ਹਾਂ, ਰੋਮੈਂਟਿਕ, ਠੀਕ ਹੈ ਜੀ। ਇੱਕ ਰੋਮੈਂਟਿਕ ਕਵਿਤਾ, ਇੱਕ ਦੇਸ਼ ਭਗਤੀ ਦੇ ਉੱਪਰ ਕਵਿਤਾ। ਤਾਂ ਇਹਨਾਂ ਦਾ ਢੰਗ ਅਲੱਗ-ਅਲੱਗ ਹੋਊਗਾ, ਠੀਕ ਹੈ, ਦੋਨਾਂ ਦਾ ਢੰਗ ਅਲੱਗ-ਅਲੱਗ ਹੋਊਗਾ। ਈਵਨ ਕਿ ਦੋ ਵਿਅਕਤੀ ਵੀ ਨੇ, ਠੀਕ ਹੈ ਜੀ, ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਹਮੇਸ਼ਾ ਅਲੱਗ ਲਿਖੂਗਾ,
ਜੋ ਦੋ ਇੱਕ ਕਵੀ ਦੀ ਕਵਿਤਾਵਾਂ ਦਾ ਜਿਹੜਾ ਢੰਗ ਹੋਊਗਾ ਦੂਸਰੇ ਵਿਅਕਤੀ ਦੂਸਰਾ ਕਵੀ ਹੋਊਗਾ ਉਹਦੇ ਢੰਗ ਤੋਂ ਲਹਿਦਾ ਹੋਊਗਾ, ਅਲੱਗ ਹੋਊਗਾ। ਠੀਕ ਹੈ ਜੀ। ਜਿਵੇਂ ਇੱਥੇ ਇੱਕ ਰਾਈਟਰ ਹੋਏ ਨੇ, ਉਹ ਕਹਿੰਦੇ ਜਿਹਦਾ ਨਾਮ ਅਰਨਾਲਡ ਦੇ ਅਨੁਸਾਰ ਕਹਿੰਦੇ ਕਵਿਤਾ ਜਿਹੜੀ ਅਸਲ ਵਿੱਚ ਜੀਵਨ ਦੀ ਪੜਚੋਲ ਹੈ, ਆਲੋਚਨਾ ਕਰਦੀ ਹੈ। ਠੀਕ ਹੈ, ਇਹ ਅਸਲ ਵਿੱਚ ਸਾਡੇ ਜੀਵਨ ਦੀ ਪੜਚੋਲ ਕਰਦੀ ਹੈ ਅਤੇ ਆਲੋਚਨਾ ਕਰਦੀ ਹੈ। ਠੀਕ ਹੈ ਜੀ। ਅਸਲ ਵਿੱਚ ਵੀ ਸਾਡੇ ਜੀਵਨ ਦੇ ਵਿੱਚ ਕੀ ਚੱਲ ਰਿਹਾ ਉਹਨੂੰ ਚੰਗੀ ਤਰ੍ਹਾਂ ਘੋਖਣਾ, ਚੰਗੀ ਤਰ੍ਹਾਂ ਉਹਦੀ ਜਾਂਚ ਪੜਤਾਲ ਕਰਨੀ, ਪੜਚੋਲ ਕਰਨੀ ਉਸਨੂੰ, ਉਹ ਕਵਿਤਾ। ਕਿਉਂਕਿ ਕਵਿਤਾ ਤੁਸੀਂ ਇਹ ਦੇਖ ਲਓ ਵੀ ਜੀਵਨ ਦਾ ਕੋਈ ਵੀ ਅਜਿਹਾ ਪੱਖ ਨਹੀਂ ਹੋਊਗਾ ਜਿਸ ਦੇ ਉੱਪਰ ਕਵਿਤਾ ਨਾ ਲਿਖੀ ਹੋ। ਹਰ ਇੱਕ ਚੀਜ਼ ਦੇ ਉੱਪਰ ਕਵਿਤਾ ਲਿਖੀ ਹੋ ਵੀ ਇਹ ਸਾਰੀ ਪੜਚੋਲ ਕਰਦੀ ਹੈ ਅਤੇ ਆਲੋਚਨਾ ਕਰਦੀ ਹੈ। ਜੋ ਮਾੜੀਆਂ ਚੀਜ਼ਾਂ ਨੇ ਉਹਨਾਂ ਉੱਪਰ ਵੀ ਕਵਿਤਾਵਾਂ ਲਿਖੀਆਂ ਜਾਂਦੀਆਂ ਨੇ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਭ੍ਰਿਸ਼ਟਾਚਾਰ ਹੋ ਗਿਆ, ਚਾਹੇ ਕੋਈ ਮਹਿੰਗਾਈ ਦੀ ਗੱਲ ਹੋ ਗਈ, ਚਾਹੇ ਕੋਈ ਬੇਰੁਜ਼ਗਾਰੀ ਦੀ ਹੋ ਗਈ, ਜਾਂ ਫਿਰ ਭਰੂਣ ਹੱਤਿਆ, ਸਾਰਿਆਂ ਦੇ ਉੱਪਰ ਮਤਲਬ ਕਿ ਕਵਿਤਾਵਾਂ ਲਿਖੀਆਂ ਜਾਂਦੀਆਂ ਨੇ। ਆਲੋਚਨਾ ਵੀ ਕਰਦੀ ਹੈ, ਸਿਰਫ ਇਹ ਨਹੀਂ ਪ੍ਰਸ਼ੰਸਾ ਦੀ ਗੱਲ, ਆਲੋਚਨਾ ਵੀ ਕਵਿਤਾ ਦੇ ਵਿੱਚ ਕੀਤੀ ਜਾਂਦੀ ਹੈ। ਹੁਣ ਇੱਥੇ ਕਾਰਲੀਅਲ ਨੇ, ਇਹ ਵੀ ਇੱਕ ਜੋ ਵਿਦਵਾਨ ਹੋਏ ਨੇਗੇ, ਇਹਨਾਂ ਨੇ ਕਿਹਾ, ਕਹਿੰਦੇ ਕਵਿਤਾ ਜਿਹੜੀ ਸੰਗੀਤਕ ਵਿਚਾਰ ਜਾਂ ਗਾਉਣ ਦਾ ਜਜ਼ਬਾ ਹੈ। ਠੀਕ ਹੈ, ਕਵਿਤਾ ਕੀ ਕਰਦੀ ਹੈ? ਇੱਕ ਸੰਗੀਤਕ ਵਿਚਾਰ ਜਾਂ ਗਾਉਣ ਦਾ ਜਜ਼ਬਾ ਹੈ। ਮਤਲਬ ਅਸੀਂ ਜਿਹੜਾ ਕੋਈ ਵਿਚਾਰ ਦਿੰਦੇ ਹਾਂ ਉਹ ਕਾਹਦੇ ਰਾਹੀਂ ਹੁੰਦਾ? ਇੱਕ ਸੰਗੀਤਕ ਵਿਚਾਰ ਹੁੰਦਾ। ਮਤਲਬ ਜਿਵੇਂ ਆਪਾਂ ਕੋਈ ਗੀਤ ਗਾਉਂਦੇ ਹਾਂ ਤਾਂ ਉਸੇ ਤਰ੍ਹਾਂ ਜਿਹੜਾ ਕਵਿਤਾ ਦੇ ਵਿੱਚ ਕੀ ਹੁੰਦਾ, ਕੋਈ ਵਿਚਾਰ ਆਪਾਂ ਸੰਗੀਤਕ ਰੂਪ ਦੇ ਵਿੱਚ ਪੇਸ਼ ਕਰਦੇ ਹਾਂ। ਅਤੇ ਗਾਉਣ ਦਾ ਜਜ਼ਬਾ, ਇੱਕ ਗਾਇਕੀ ਦੀ ਤਰ੍ਹਾਂ ਕਵਿਤਾ ਨੂੰ ਗਾਇਆ ਜਾਂਦਾ। ਕੋਈ ਵੀ ਕਵਿਤਾ ਫੇਰ ਹੀ ਸੋਹਣੀ ਲੱਗਦੀ ਜੇ ਉਸ ਨੂੰ ਇੱਕ ਗੀਤ ਦੀ ਤਰ੍ਹਾਂ ਪੇਸ਼ ਕੀਤਾ ਜਾਵੇ। ਠੀਕ ਹੈ, ਕਵਿਤਾ ਦੇ ਢੰਗ ਦੇ ਰਾਹੀਂ ਕਵਿਤਾ ਨੂੰ ਪੜ੍ਹਨ ਦਾ, ਕਵਿਤਾ ਨੂੰ ਬੋਲਣ ਦਾ ਇੱਕ ਢੰਗ ਹੁੰਦਾ। ਠੀਕ ਹੈ ਜੀ, ਉਹ ਉਸ ਰਾਹੀਂ ਪੇਸ਼ ਕੀਤੀ ਜਾਵੇ। ਇਸ ਤੋਂ ਇਲਾਵਾ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾ ਜਿਹੜੀ ਉਹ ਰੂਹਾਂ ਦੀ ਬੋਲੀ ਹੈ। ਠੀਕ ਹੈ ਜੀ, ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਜਿਹੜੀਆਂ ਉਹ ਰੂਹਾਂ ਦੀ ਬੋਲੀ ਹੈ। ਮਤਲਬ ਕਿ ਉਹਨਾਂ ਨੇ ਕਿਵੇਂ ਲਿਖਿਆ? ਆਪਣੀ ਰੂਹ ਦੇ, ਜਿਵੇਂ ਰੂਹ ਆ ਜਿਹੜੀ ਉਹ ਸਾਰੀ ਉਹਨਾਂ ਨੇ ਕੱਢ ਕੇ ਰੱਖ ਦਿੱਤੀ ਕਵਿਤਾਵਾਂ ਦੇ ਵਿੱਚ, ਤਾਂ ਕਰਕੇ ਇਹ ਗੱਲ ਕਹੀ ਗਈ ਹੈ। ਵੈਰੀ ਵੈਰੀ ਇੰਪੋਰਟੈਂਟ ਹੈ ਇਹ ਧਿਆਨ ਦੇ ਵਿੱਚ ਰੱਖਣਾ ਸਟੂਡੈਂਟਸ ਵੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਨੇ ਜਿਹੜੀਆਂ ਉਹ ਰੂਹਾਂ ਦੀ ਬੋਲੀ ਆ ਉਹਨਾਂ ਦੀ ਕਵਿਤਾ। ਅਗਲਾ ਗੱਲ ਹੈ ਵੀ ਕਵਿਤਾ ਜਿਹੜੀ ਹੱਸਣ, ਗਾਉਣ ਅਤੇ ਜਜ਼ਬਿਆਂ ਨੂੰ ਪੇਸ਼ ਕਰਨ ਦੀ ਵਿਧੀ ਹੈ। ਠੀਕ ਹੈ, ਜੋ ਆਪਾਂ ਹੱਸਦੇ ਹਾਂ, ਠੀਕ ਹੈ, ਹੱਸ ਕੇ ਜੋ ਗਾਉਂਦੇ ਹਾਂ, ਠੀਕ ਹੈ, ਉਹ ਕਵਿਤਾ ਰਾਹੀਂ ਆਪਣੇ ਜੋ ਆਪਾਂ ਗਾਉਂਦੇ ਹਾਂ ਨਾ, ਹੱਸਦੇ ਕੋਈ ਗਾਉਂਦੇ ਹਾਂ, ਉਹ ਵੀ ਇੱਕ ਕਵਿਤਾ ਬਣ ਜਾਂਦੀ ਹੈ। ਠੀਕ ਹੈ, ਉਹ ਜਜ਼ਬੇ ਹੁੰਦੇ ਨੇ ਆਪਣੇ। ਠੀਕ ਹੈ, ਉਹ ਕਾਸੇ ਵੀ ਕੋਈ ਵੀਰਤਾ ਦਾ ਹੋ ਗਿਆ ਕਿਸੇ ਨੂੰ ਲੈ ਕੇ, ਇਹ ਸਾਰੀ ਚੀਜ਼ ਹੁੰਦੀ ਆ। ਇਹ ਤੁਸੀਂ ਸਮਝ ਗਏ ਹੋਵੋਗੇ ਵੀ ਕਵਿਤਾ ਦੇ ਵਿੱਚ ਮੇਨ ਚੀਜ਼ ਕੀ ਹੁੰਦੀ ਆ ਸਟੂਡੈਂਟਸ? ਇਹਦੇ ਵਿੱਚ ਹੁੰਦਾ ਮੇਨ ਤੁਹਾਡਾ ਭਾਵ। ਠੀਕ ਹੈ ਜੀ, ਭਾਵ ਨੂੰ ਪੇਸ਼ ਕੀਤਾ, ਚਾਹੇ ਉਹ ਦੁੱਖ ਦਾ ਚਾਹੇ ਸੁੱਖ ਦਾ। ਠੀਕ ਹੈ, ਕਿਸੇ ਤਰ੍ਹਾਂ ਦਾ ਵੀ ਉਹ ਭਾਵ ਪੇਸ਼ ਕੀਤਾ ਜਾਂਦਾ ਕਵਿਤਾ ਦੇ ਵਿੱਚ। ਹੁਣ ਕਵਿਤਾ ਦੇ ਇੱਥੇ ਤੱਤ ਦਿੱਤੇ ਗਏ ਨੇ। ਠੀਕ ਹੈ ਜੀ, ਦੇਖੋ ਕਵਿਤਾ ਦੇ ਵਿੱਚ ਦੋ ਚੀਜ਼ ਨੇ, ਇੱਕ ਵਿਸ਼ਾ ਹੁੰਦਾ, ਇੱਕ ਰੂਪ ਹੁੰਦਾ। ਠੀਕ ਹੈ ਜੀ, ਕਵਿਤਾ ਦਾ ਰੂਪ ਕਿਸ ਤਰ੍ਹਾਂ ਦਾ ਉਹ ਦੇਖਣਾ ਹੁੰਦਾ ਅਤੇ ਕਵਿਤਾ ਦਾ ਵਿਸ਼ਾ ਕੀ ਆ ਉਹ ਦੇਖਣਾ ਹੁੰਦਾ। ਇਹ ਦੋ ਚੀਜ਼ਾਂ ਆਪਾਂ ਨੂੰ ਧਿਆਨ ਰੱਖਣੇ ਪੈਂਦੇ ਨੇ। ਹੁਣ ਆਪਾਂ ਇੱਥੇ ਕਵਿਤਾਵਾਂ ਦੇ ਤੱਤਾਂ ਦੀ ਗੱਲ ਕਰਾਂਗੇ। ਠੀਕ ਹੈ, ਜਿਹਦੇ ਵਿੱਚ ਪਹਿਲਾ ਤੱਤ ਹੈ ਭਾਵ ਸੁੰਦਰਤਾ, ਦੂਸਰਾ ਆਪਣਾ ਹੈਗਾ ਵਿਚਾਰ ਸੁੰਦਰਤਾ। ਠੀਕ ਹੈ ਜੀ, ਇੱਕ ਭਾਵ ਆ ਇੱਥੇ ਸ਼ਬਦ, ਇੱਕ ਵਿਚਾਰ ਆ। ਠੀਕ ਹੈ ਜੀ, ਸੁੰਦਰਤਾ ਸ਼ਬਦ ਦੋਨਾਂ ਵਿੱਚ ਪ੍ਰਯੋਗ ਕੀਤਾ ਗਿਆ। ਹਾਲਾਂਕਿ ਇੱਕ ਵਿੱਚ ਹੁੰਦਾ ਭਾਵ ਦੀ ਸੁੰਦਰਤਾ, ਇੱਕ ਵਿੱਚ ਹੁੰਦੀ ਹੈ ਵਿਚਾਰ ਦੀ ਸੁੰਦਰਤਾ, ਜਿਹਦੇ ਵਿੱਚ ਵਿਚਾਰ ਦਿੱਤਾ ਗਿਆ ਕੋਈ। ਅਗਲੀ ਗੱਲ ਹੈ ਸ਼ੈਲੀ। ਠੀਕ ਹੈ, ਸ਼ੈਲੀ ਜਿਸ ਨੂੰ ਆਪਾਂ ਢੰਗ ਕਹਿ ਸਕਦੇ ਹਾਂ। ਕਵਿਤਾ ਨੂੰ ਲਿਖਣ ਦੇ ਢੰਗ ਨੂੰ, ਕਵਿਤਾ ਨੂੰ ਲਿਖਣ ਦਾ ਜਿਹੜਾ ਢੰਗ ਹੁੰਦਾ ਉਸ ਨੂੰ ਸ਼ੈਲੀ ਕਹਿ ਸਕਦੇ ਹਾਂ। ਇਸ ਤੋਂ ਇਲਾਵਾ ਪ੍ਰਸੰਗ, ਸਿੱਖਿਆ, ਸੁਰ-ਤਾਲ, ਪ੍ਰਤੀਕ, ਛੰਦ, ਅਲੰਕਾਰ, ਰਸ ਅਤੇ ਕਲਪਨਾ। ਇਹ 11 ਪੁਆਇੰਟ ਨੇ। ਵੈਸੇ ਤਾਂ ਹੋਰ ਵੀ ਪੁਆਇੰਟ ਹੋ ਸਕਦੇ ਆ ਜਿਹੜੇ ਮੇਨ ਆ, ਜੋ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਆ, ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ। ਠੀਕ ਹੈ, ਤੁਸੀਂ ਇਹ ਸਾਰੇ ਜਿਹੜੇ ਤੱਤ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ। ਠੀਕ ਹੈ ਜੀ, ਲਿਖ ਸਕਦੇ ਹੋ ਆਪਣੀ ਨੋਟਬੁੱਕ ਉੱਪਰ ਚੰਗੀ ਤਰ੍ਹਾਂ। ਠੀਕ ਹੈ ਜੀ, ਭਾਵ ਸੁੰਦਰਤਾ, ਵਿਚਾਰ ਸੁੰਦਰਤਾ, ਸ਼ੈਲੀ ਕਿਸ ਤਰ੍ਹਾਂ ਦੀ ਹੈ, ਪ੍ਰਸੰਗ ਕਿਸ ਤਰ੍ਹਾਂ ਦਾ, ਸਿੱਖਿਆ ਕਿਸ ਤਰ੍ਹਾਂ ਦੀ ਹੈ, ਸੁਰ-ਤਾਲ, ਪ੍ਰਤੀਕ, ਚਿੰਨ੍ਹ, ਪ੍ਰਤੀਕ ਨੂੰ ਚਿੰਨ੍ਹ ਵੀ ਕਹਿੰਦੇ ਆ, ਛੰਦ, ਅਲੰਕਾਰ, ਰਸ ਅਤੇ ਕਲਪਨਾ। ਠੀਕ ਹੈ ਜੀ, ਹੁਣ ਇਹਨਾਂ ਬਾਰੇ ਇਕੱਲੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਵੀ ਕਿਵੇਂ ਆ ਕੁਝ। ਜਿਵੇਂ ਇਹਦੇ ਵਿੱਚ ਪਹਿਲਾ ਹੈਗਾ ਆਪਣਾ, ਇਹਦੇ ਵਿੱਚ ਭਾਵ ਸੁੰਦਰਤਾ। ਠੀਕ ਹੈ ਜੀ, ਭਾਵ ਸੁੰਦਰਤਾ। ਠੀਕ ਹੈ, ਇਹਦੇ ਵਿੱਚ ਹੁੰਦਾ ਭਾਵ। ਠੀਕ ਹੈ ਜੀ, ਕਵਿਤਾ ਵਿੱਚ ਕਹਿੰਦੇ ਭਾਵ ਪ੍ਰਧਾਨ ਹੁੰਦਾ। ਹਮੇਸ਼ਾ ਜੇ ਤੁਹਾਨੂੰ ਇਹ ਆਵੇ ਪ੍ਰਸ਼ਨ ਦੇ ਵਿੱਚ ਵੀ ਕਵਿਤਾ ਦਾ ਜਿਹੜਾ ਪ੍ਰਧਾਨ ਕੀ ਚੀਜ਼ ਹੁੰਦੀ ਆ, ਉਹਦੇ ਵਿੱਚ ਕਵਿਤਾ ਦੇ ਵਿੱਚ ਪ੍ਰਧਾਨ ਕੀ ਚੀਜ਼ ਹੁੰਦੀ ਆ, ਤਾਂ ਉੱਥੇ ਤੁਸੀਂ ਧਿਆਨ ਰੱਖਣਾ ਭਾਵ ਹਮੇਸ਼ਾ ਕਵਿਤਾ ਦਾ ਪ੍ਰਧਾਨ ਹੁੰਦਾ, ਕਿਉਂਕਿ ਇਹ ਸਾਰੀ ਜੋ ਕਵਿਤਾ ਗਈ ਉਸ ਨੂੰ ਅੱਗੇ ਲੈ ਕੇ ਚੱਲਦਾ। ਕਵਿਤਾ ਪੜ੍ਹ ਕੇ ਹੀ ਕਹਿੰਦੇ ਰਸ ਉਤਪੰਨ ਹੁੰਦਾ। ਕਵਿਤਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਆਪਾਂ ਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਕਿਹੜਾ ਵੀਰਤਾ ਦਾ ਕਰੁਣਾ ਰਸ ਹੈ,
रुद्र रस है, ठीक है। ਉਹਦੇ ਅਕੋਰਡਿੰਗ ਆਪਾਂ ਨੂੰ ਪਤਾ ਲੱਗਦਾ ਵੀ ਕਿਸ ਚੀਜ਼ ਦੇ ਉੱਪਰ ਕਵਿਤਾ ਲਿਖੀ ਗਈ। ਜਿਵੇਂ ਕਹਿੰਦੇ ਇਹ ਗੱਲ ਹੈ ਵੀ ਕਵਿਤਾ ਦਾ ਜਿਵੇਂ ਇੱਕ ਪੈਰਾ ਇੱਥੇ ਲਿਖਿਆ ਹੋਇਆ ਛੋਟਾ ਜਿਹਾ, ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸਾਂ ਤਾਂ ਗਲ ਬੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਠੀਕ ਹੈ। ਇਹ ਪੈਰਾ ਲਿਖਿਆ ਹੋਇਆ ਤੇ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ, ਅਸਾਂ ਤਾਂ ਇੱਥੇ ਤਾਂ ਲਿਖ ਲਓ, ਅਸਾਂ ਤਾਂ ਗਲ ਬੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਜੇ ਇੱਥੇ ਹੁਣ ਸਟਾਰਟਿੰਗ ਤੋਂ ਤਾਂ ਇਹ ਲੱਗਦਾ ਵੀ ਇਹ ਕਵਿਤਾ ਰੋਮਾਂਟਿਕ ਵੱਲ ਜਾ ਰਹੀ ਹੈ, ਵੀ ਰੋਮਾਂਟਿਕ ਕਵਿਤਾ ਹੋਊਗੀ, ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ। ਬਟ ਜਦੋਂ ਐਂਡ ਦੇ ਵਿੱਚ ਆ ਲਾਸਟ ਲਾਈਨ ਤੁਸੀਂ ਚੈੱਕ ਕਰੋਗੇ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਨਿਰਾ ਰੂਪ ਕਿਸ ਦਾ ਹੁੰਦਾ ਜੀ? ਪਰਮਾਤਮਾ ਦਾ ਹੁੰਦਾ। ਪਰਮਾਤਮਾ ਦਾ ਨਿਰਾ ਰੂਪ ਹੁੰਦਾ, ਉਸ ਨੂੰ ਆਪਾਂ ਹੱਥ ਲਾ ਕੇ ਦੇਖ ਨਹੀਂ ਸਕਦੇ ਪਰਮਾਤਮਾ ਨੂੰ, ਕਿਉਂਕਿ ਆਪਾਂ ਪੜ੍ਹਿਆ ਹੋਇਆ ਗਾ, ਠੀਕ ਹੈ। ਪਰਮਾਤਮਾ ਵੀ ਹੈ ਜਿਹੜਾ, ਉਹਦਾ ਕੋਈ ਆਕਾਰ ਨਹੀਂ ਹੁੰਦਾ। ਪਰਮਾਤਮਾ ਇੱਕ ਪ੍ਰਕਾਸ਼ਮਾਨ ਆ, ਠੀਕ ਹੈ ਜੀ। ਉਹ ਮਤਲਬ ਕਿ ਉਹਦਾ ਕੋਈ ਆਕਾਰ ਨਹੀਂ ਹੈ, ਠੀਕ ਹੈ। ਆਪਾਂ ਨੂੰ ਛੂ ਕੇ ਨਹੀਂ ਦੇ ਸਕਦੇ। ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਵੀ ਇਹ ਕਵਿਤਾ ਜਿਹੜੀ ਕੀ ਆ, ਅਧਿਆਤਮਕ ਹੈ, ਅਧਿਆਤਮਕ ਕਵਿਤਾ ਇਹ, ਠੀਕ ਹੈ ਜੀ। ਅਧਿਆਤਮਕ ਕਵਿਤਾ ਇਹ ਚੀਜ਼ ਆ। ਅਗਲਾ ਜਿਵੇਂ ਗੱਲ ਇਹਦੇ ਵਿੱਚ ਵੀ ਜਿਹੜੇ ਭਾਵ ਨੇ ਸਟੂਡੈਂਟਸ, ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਜਾਏ ਵੀ ਭਾਵ ਕਿੰਨੇ ਤਰ੍ਹਾਂ ਦੇ ਹੁੰਦੇ, ਤੁਸੀਂ ਧਿਆਨ ਦੇ ਵਿੱਚ ਰੱਖਣਾ ਹਮੇਸ਼ਾ ਭਾਵ ਦੋ ਤਰ੍ਹਾਂ ਦੇ ਹੁੰਦੇ ਨੇ, ਜਿਹਦੇ ਵਿੱਚ ਪਹਿਲਾ ਹੁੰਦਾ ਸਥੂਲ ਅਤੇ ਦੂਸਰਾ ਹੁੰਦਾ ਸੂਖਮ। ਸਥੂਲ ਭਾਵ ਕਿਹੜਾ ਹੁੰਦਾ ਆਪਣਾ? ਸਥੂਲ ਭਾਵ ਹੁੰਦਾ ਜਿਹਦਾ ਸੰਬੰਧ ਕਾਹਦੇ ਨਾਲ ਹੋਵੇ? ਸਰੀਰਕ ਨਾਲ। ਸਰੀਰ ਦੇ ਜਿਹੜੀਆਂ ਲੋੜਾਂ ਹੁੰਦੀਆਂ ਨੇ ਜਾਂ ਸਰੀਰ ਨਾਲ ਜਿਹਦਾ ਸੰਬੰਧ ਹੁੰਦਾ, ਉਹ ਹੁੰਦੇ ਨੇਗੇ ਸਥੂਲ ਭਾਵ। ਜਿਵੇਂ ਤੁਹਾਨੂੰ ਭੁੱਖ ਲੱਗੀ ਆ, ਪਿਆਸ ਲੱਗੀ ਆ, ਇਹ ਸਾਰੇ ਕਿਉਂਕਿ ਆਪਣੀਆਂ ਕੀ ਨੇ, ਇਹ ਫਿਜ਼ੀਕਲ ਨੀਡਸ ਨੇ ਆਪਣੀਆਂ, ਠੀਕ ਹੈ। ਸਰੀਰਕ ਲੋੜਾਂ ਨੇ ਆਪਣੀਆਂ, ਠੀਕ ਹੈ। ਇਸੇ ਕਾਰਨ ਨੂੰ ਭੁੱਖ ਪਿਆਸ ਦੇ ਉੱਪਰ ਜੇ ਕੋਈ ਕਵਿਤਾ ਲਿਖੀ ਜਾਂਦੀ ਹੁੰਦਾ, ਉਹਦੇ ਵਿੱਚ ਕਿਹੜਾ ਭਾਵ ਤੁਹਾਨੂੰ ਦੇਖਣ ਨੂੰ ਮਿਲੇਗਾ? ਸਥੂਲ ਭਾਵ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਸੂਖਮ ਕਿਹੜਾ ਹੁੰਦਾ? ਉਹ ਹੁੰਦਾ ਮਾਨਸਿਕ, ਜੋ ਮਨ ਦੇ ਅੰਦਰ ਹੁੰਦੀ ਹੈ, ਜਿਹੜੀ ਮਨ ਦੇ ਅੰਦਰ ਆਪਣੇ ਦੁੱਖ ਹੁੰਦਾ, ਕੋਈ ਪੀੜ ਹੋ ਗਈ, ਕਿਸੇ ਪ੍ਰਤੀ ਕੋਈ ਪਿਆਰ ਹੋ ਗਿਆ, ਠੀਕ ਹੈ ਜੀ, ਇਹ ਹੋ ਗਿਆ, ਘ੍ਰਿਣਾ ਹੋ ਗਈ ਕਿਸੇ ਪ੍ਰਤੀ ਕੋਈ। ਇਹ ਸਾਰੇ ਜਿਹੜੇ ਭਾਵ ਨੇ ਉਹ ਕਾਹਦੇ ਅੰਦਰ ਆਉਣਗੇ? ਉਹ ਸੂਖਮ ਦੇ ਅੰਦਰ ਆਉਣਗੇ, ਠੀਕ ਹੈ ਜੀ। ਜੇ ਭਾਵ ਦਾ ਕੁਐਸਚਨ ਪੁੱਛਿਆ ਕਿੰਨੇ ਤਰ੍ਹਾਂ? ਦੋ ਤਰ੍ਹਾਂ ਦਾ, ਸਥੂਲ ਤੇ ਸੂਖਮ, ਠੀਕ ਹੈ ਜੀ। ਇਸ ਤੋਂ ਬਾਅਦ ਵਿਚਾਰ ਸੁਹਜ। ਵਿਚਾਰ ਸੁਹਜ ਜਿਸ ਨੂੰ ਆਪਾਂ ਭਾਸ਼ਾ ਕਹਿ ਸਕਦੇ, ਵਿਚਾਰ ਕਿਸ ਦੇ ਵਿੱਚ ਆ, ਠੀਕ ਹੈ ਵੀ। ਕਹਿੰਦੇ ਕਵਿਤਾ ਦੀ ਅਲੱਗ ਭਾਸ਼ਾ ਹੁੰਦੀ ਹੈ। ਵਿਚਾਰ ਸੁਹਜ ਦਾ ਮਤਲਬ ਇੱਥੇ ਭਾਸ਼ਾ ਇਹਨੂੰ ਕਹਿ ਸਕਦੇ ਵੀ ਕਿਹੜੇ ਸੁਹਜਤਾ ਦੇ ਵਿੱਚ ਕਵਿਤਾ ਲਿਖੀ ਗਈ ਹੈ। ਕਵਿਤਾ ਦੀ ਕਹਿੰਦੇ ਅਲੱਗ ਭਾਸ਼ਾ ਹੁੰਦੀ ਹੈ। ਸਧਾਰਨ ਭਾਸ਼ਾ ਦੀ ਵਰਤੋਂ ਸੂਚਨਾ, ਗੱਲਬਾਤ, ਵਾਰਤਕ ਆਦਿ ਲਈ ਕੀਤੀ ਜਾਂਦੀ ਹੈ। ਕਹਿੰਦੇ ਕਵਿਤਾ ਦੀ ਜਿਹੜੀ ਭਾਸ਼ਾ, ਕਵਿਤਾ ਦੀ ਭਾਸ਼ਾ ਵਿੱਚ ਸੁੰਦਰਤਾ ਹੁੰਦੀ ਆ, ਵਿਸ਼ੇ ਦੀ ਸ਼ਕਲ, ਵਿਚਾਰ ਹੁੰਦਾ। ਦੇਖੋ ਵੀ ਇਹ ਕਹਿੰਦੇ ਵੀ ਬਾਕੀ ਜਿਵੇਂ ਸਧਾਰਨ ਭਾਸ਼ਾ ਦੀ ਵਰਤੋਂ ਤਾਂ ਆਪਾਂ ਸੂਚਨਾ ਦੇਣ ਵਾਸਤੇ, ਗੱਲਬਾਤ ਕਰਨ ਵਾਸਤੇ, ਵਾਰਤਕ ਵਾਸਤੇ ਕਰਦੇ ਹਾਂ, ਪਰ ਕਹਿੰਦੇ ਕਵਿਤਾ ਦੀ ਜਿਹੜੀ ਭਾਸ਼ਾ ਉਹਦੀ ਆਪਣੀ ਸੁੰਦਰਤਾ ਹੁੰਦੀ ਆ। ਵਿਸ਼ੇ ਦੀ ਸ਼ਕਲ ਵਿੱਚ ਵਿਚਾਰ ਹੁੰਦਾ, ਵੀ ਜਿਹੜਾ ਇਹਦਾ ਵਿਸ਼ਾ ਹੁੰਦਾ ਨਾ, ਉਸੇ ਵਿੱਚ ਇਹਦਾ ਵਿਚਾਰ ਛਿਪਿਆ ਹੁੰਦਾ ਗਾ। ਕੋਈ ਇਹਦਾ ਜਿਹੜਾ ਵਿਸ਼ਾ ਹੁੰਦਾ ਉਸ ਦੇ ਉੱਪਰ ਇਹਦੇ ਵਿਚਾਰ ਵੀ ਕਿਸ ਚੀਜ਼ ਦੇ ਉੱਪਰ ਵਿਚਾਰ ਦਿੱਤਾ ਗਿਆ। ਇਸ ਤੋਂ ਬਾਅਦ ਗੱਲ ਹੈਗੀ ਸ਼ੈਲੀ, ਵੀ ਇਹਦਾ ਢੰਗ ਕੀ ਹੁੰਦਾ, ਠੀਕ ਹੈ ਜੀ। ਸ਼ੈਲੀ ਦੀ ਗੱਲ ਹੋ ਰਹੀ ਹੈ ਇੱਥੇ। ਸ਼ੈਲੀ ਦਾ ਮਤਲਬ ਹੁੰਦਾ ਢੰਗ। ਇਹਨੂੰ ਕਹਿੰਦੇ ਬਿੰਬ ਸ਼ਬਦ ਸ਼ੈਲੀ ਲਈ ਵਰਤਿਆ ਜਾਂਦਾ ਹੈ, ਠੀਕ ਹੈ। ਹੁਣ ਦੇਖੋ ਇੱਥੇ ਦੋ ਸ਼ਬਦ ਹੋ ਗਏ, ਕਈ ਵਾਰੀ ਇੱਥੇ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਜੇ ਵੀ ਸ਼ੈਲੀ ਦਾ ਮਤਲਬ ਕੀ ਹੁੰਦਾ, ਤਾਂ ਧਿਆਨ ਰੱਖਣਾ ਸ਼ੈਲੀ ਦਾ ਮਤਲਬ ਹੁੰਦਾ ਢੰਗ ਵੀ ਹੋ ਸਕਦਾ ਅਤੇ ਬਿੰਬ ਵੀ ਹੋ ਸਕਦਾ। ਦੋਨੇ ਹੀ ਇਸਦੇ ਆਨਸਰ ਰਾਈਟ ਨਹੀਂ ਹੈ, ਠੀਕ ਹੈ ਜੀ। ਦੋਨੇ ਹੀ ਇਸਦੇ ਰਾਈਟ ਆਨਸਰ ਨੇ, ਬਿੰਬ ਵੀ ਅਤੇ ਢੰਗ ਵੀ। ਅਤੇ ਕਹਿੰਦੇ ਕਵੀ ਕਿਸ ਸ਼ੈਲੀ ਨਾਲ ਕਵਿਤਾ ਦੀ ਪੇਸ਼ਕਾਰੀ ਕਰਦਾ ਹੈ, ਇਹ ਗੱਲ ਦੇਖਣ ਵਾਲੀ ਹੁੰਦੀ ਹੈ। ਕਹਿੰਦੇ ਕਵਿਤਾ ਦੀ ਸੁੰਦਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ। ਕਵੀ ਆ ਜਿਹੜਾ ਕਿਸ ਢੰਗ ਨਾਲ ਜਾਂ ਕਿਸ ਸ਼ੈਲੀ ਨਾਲ ਕਵਿਤਾ ਦੀ ਪੇਸ਼ਕਾਰੀ ਕਰਦਾ, ਕਵਿਤਾ ਦੀ ਸੁੰਦਰਤਾ ਇਸੇ ਗੱਲ 'ਤੇ ਹੀ ਨਿਰਭਰ ਕਰਦੀ ਹੈ, ਠੀਕ ਹੈ ਜੀ। ਇਸੇ ਗੱਲ ਦੇ ਉੱਪਰ ਨਿਰਭਰ ਕਰਦੀ ਹੈ। ਸ਼ੈਲੀ ਨਾਲ ਕਹਿੰਦੇ ਕਵੀ ਪਾਠਕ ਦੇ ਦਿਮਾਗ ਵਿੱਚ ਇੱਕ ਤਸਵੀਰ ਉਤਾਰ ਦਿੰਦਾ, ਠੀਕ ਹੈ ਜੀ। ਸ਼ੈਲੀ ਦੁਆਰਾ ਕਵੀ ਪਾਠਕ ਦੇ ਦਿਮਾਗ ਦੇ ਉੱਪਰ ਇੱਕ ਤਸਵੀਰ ਉਤਾਰ ਦਿੰਦਾ, ਕਿਉਂਕਿ ਉਹਦਾ ਢੰਗ ਹੀ ਇਸ ਤਰ੍ਹਾਂ ਦਾ ਹੁੰਦਾ ਲਿਖਣ ਦਾ ਵੀ ਜਦੋਂ ਆਪਾਂ ਉਹਨੂੰ ਕਿਸੇ ਵੀ ਕਵਿਤਾ ਨੂੰ ਜਦੋਂ ਪੜ੍ਹਦੇ ਹਾਂ, ਠੀਕ ਹੈ, ਉਸਦਾ ਇੱਕ ਬਿੰਬ ਬਣ ਜਾਂਦਾ, ਇੱਕ ਆਪਾਂ ਕਹਿੰਦੇ ਤਸਵੀਰ ਛਪ ਜਾਂਦੀ ਹੈ ਵੀ ਹਾਂ ਇਹਦੇ ਵਿੱਚ ਇਹ ਚੀਜ਼ ਕਹੀ ਹੈ। ਉਹਦਾ ਢੰਗ ਹੁੰਦਾ ਕਵੀ ਦਾ ਕਹਿਣ ਦਾ, ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਕਵੀ ਕਿਸ ਤਰ੍ਹਾਂ ਦੀ ਕਵਿਤਾ ਲਿਖਦਾ, ਕਿਉਂਕਿ ਹਰ ਇੱਕ ਕਵੀ ਦਾ ਕੋਈ ਗੁਰਮਤਿ ਕਾਵਿ ਲਿਖਦਾ, ਕੋਈ ਵੀਰ ਕਾਵਿ ਲਿਖਦਾ, ਠੀਕ ਹੈ ਜੀ। ਅਲੱਗ-ਅਲੱਗ ਸਭ ਕਵੀਆਂ ਦਾ ਆਪਣੀ ਸ਼ੈਲੀ ਹੁੰਦੀ, ਆਪਣਾ ਢੰਗ ਹੁੰਦਾ। ਇਸ ਤੋਂ ਬਾਅਦ ਅਗਲਾ ਇਸਦਾ ਜਿਹੜਾ ਤੱਤ ਹੈਗਾ ਸਿੱਖਿਆ, ਠੀਕ ਹੈ। ਕਵਿਤਾ ਕਹਿੰਦੇ ਸਾਨੂੰ ਇੱਕ ਰਾਹ ਦੱਸਦੀ ਹੈ, ਠੀਕ ਹੈ ਜੀ। ਮਤਲਬ ਕਿ ਆਪਾਂ ਨੂੰ ਇੱਕ ਸਿੱਖਿਆ ਦਿੰਦੀ ਹੁੰਦੀ ਹੈ ਕਵਿਤਾ, ਅਤੇ ਗੁਜ਼ਰੇ ਸਮੇਂ ਦਾ ਨਿਚੋੜ ਹੋ ਸਕਦੀ ਹੈ। ਜਿਵੇਂ ਤੁਹਾਨੂੰ ਦੱਸਿਆ ਸੀ ਵੀ ਇਹ ਆਪਾਂ ਨੂੰ ਰਾਹ ਦਿਖਾਉਂਦੀ ਹੈ। ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ
ਮੋਟੀਵੇਸ਼ਨਲ ਜਿਹੜੀਆਂ ਪੋਇਮਸ ਮਿਲ ਜਾਂਦੀਆਂ ਨੇ, ਠੀਕ ਹੈ, ਦੇਖਣ ਨੂੰ, ਉਹ ਸਾਨੂੰ ਉੱਪਰ ਰਾਹ ਦੱਸਦੇ ਹੁੰਦੇ ਨੇ, ਸਾਨੂੰ ਆਪਣੇ ਦੇਸ਼ ਦੀ ਤਰੱਕੀ ਬਾਰੇ ਗੱਲ ਕਰਦੀਆਂ ਹੋਈਆਂ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਨੇ, ਸਾਡੇ ਗੁਰੂ ਜੋ ਹੋਏ ਨੇਗੇ ਹੈ ਨਾ, ਉਹਨਾਂ ਬਾਰੇ ਹੋਰ ਵੀ ਕਈ ਤਰ੍ਹਾਂ ਦੀਆਂ ਕਵਿਤਾਵਾਂ, ਠੀਕ ਹੈ, ਉਹ ਆਪਾਂ ਨੂੰ ਪੜ੍ਹਨ ਨੂੰ ਮਿਲਦੀਆਂ ਨੇ। ਕੁਛ ਨਾ ਕੁਛ ਜੋ ਆ ਕਵਿਤਾ ਜਿਹੜੀ ਆਪਾਂ ਨੂੰ ਕੋਈ ਨਾ ਕੁਛ ਗੱਲ ਸਿਖਾਉਂਦੀ ਹੈ, ਠੀਕ ਹੈ, ਸਿੱਖਿਆ ਮਿਲਦੀ ਹੈ ਕਵਿਤਾ ਤੋਂ। ਤਾਂ ਇੱਕ ਸਿੱਖਿਆ ਵੀ ਜਿਹੜੀ ਉਹ ਕਵਿਤਾ ਦਾ ਭਾਗ ਹੁੰਦੀ ਹੈ, ਵੀ ਕੋਈ ਕਵਿਤਾ ਇਹੋ ਜਿਹੀ ਨਹੀਂ ਹੁੰਦੀ ਜੋ ਕੋਈ ਚੀਜ਼ ਸਿੱਖਿਆ ਨਾ ਦੇਵੇ, ਕੋਈ ਨਾ ਕੋਈ ਉਹ ਆਪਾਂ ਨੂੰ ਕਹਿਣ ਵੀ ਕਹਿ ਸਕਦੇ ਵੀ ਸਿੱਖਿਆ ਦੀ ਜਗ੍ਹਾ ਆਪਾਂ ਇਹ ਸ਼ਬਦ ਯੂਜ਼ ਕਰ ਸਕਦੇ ਵੀ ਕੋਈ ਨਾ ਕੋਈ ਆਪਾਂ ਨੂੰ ਸੀਖ ਨਾ ਦੇਵੇ, ਹੈ ਨਾ, ਕੋਈ ਨਾ ਕੋਈ ਸੀਖ ਤਾਂ ਆਪਾਂ ਨੂੰ ਦਿੰਦੀ ਹੈ, ਸਿੱਖਿਆ ਦਿੰਦੀ ਹੈ ਹਰ ਇੱਕ ਕਵਿਤਾ। ਇਸ ਤੋਂ ਬਾਅਦ ਅਗਲਾ ਇਹਦਾ ਜਿਹੜਾ ਤੱਤ ਆ ਉਹ ਪ੍ਰਤੀਕ, ਜਿਸ ਨੂੰ ਆਪਾਂ ਚਿੰਨ੍ਹ ਵੀ ਕਹਿ ਸਕਦੇ ਹਾਂ। ਕਹਿੰਦੇ ਸ਼ਬਦਾਂ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਪ੍ਰਤੀਕਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਠੀਕ ਹੈ ਜੀ, ਪ੍ਰਤੀਕਾਂ ਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਐਂ ਹੁੰਦਾ ਗਾ ਵੀ ਜਦੋਂ ਕਈ ਗੱਲ ਆਪਾਂ ਸਿੱਧੀ ਡਾਇਰੈਕਟ ਨਹੀਂ ਨਾ ਕਹਿ ਸਕਦੇ, ਫਿਰ ਆਪਾਂ ਕਿਸੇ ਪ੍ਰਤੀਕ ਦੀ ਜਾਂ ਚਿੰਨ੍ਹ ਦੀ ਆਪਾਂ ਵਰਤੋਂ ਕਰਦੇ ਹਾਂ, ਠੀਕ ਹੈ, ਕਿਸੇ ਗੱਲ ਨੂੰ ਸਮਝਾਉਣ ਵਾਸਤੇ। ਜਿਵੇਂ ਇੱਥੇ ਲਿਖਿਆ ਹੋਇਆ, ਕਹਿੰਦਾ ਦੋ ਟੋਟਿਆਂ ਵਿੱਚ ਭੌਂ ਟੁੱਟੀ, ਇੱਕ ਮਹਿਲਾਂ ਵਿੱਚ ਇੱਕ ਢੋਕਾਂ ਵਿੱਚ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਦੇਖੋ ਇੱਥੇ ਦੋ ਟੋਟਿਆਂ ਵਿੱਚ ਭੌਂ ਟੁੱਟੀ ਦਾ ਮਤਲਬ ਹੋਗਾ, ਭੌਂ ਦਾ ਮਤਲਬ ਹੁੰਦਾ ਇੱਥੇ ਧਰਤੀ, ਵੀ ਦੋ ਹਿੱਸਿਆਂ ਦੇ ਵਿੱਚ ਧਰਤੀ ਹੈ ਜਿਹੜੀ ਉਹ ਵੰਡੀ ਗਈ, ਠੀਕ ਹੈ। ਇੱਕ ਮਹਿਲਾਂ ਵਿੱਚ ਇੱਕ ਲੋਕਾਂ ਵਿੱਚ, ਦੋ ਧੜਿਆਂ ਵਿੱਚ ਖਲਕਤ ਵੰਡੀ, ਖਲਕਤ ਦਾ ਮਤਲਬ ਹੁੰਦਾ ਸੰਸਾਰ, ਠੀਕ ਹੈ ਜੀ। ਸੰਸਾਰ ਆ ਜਿਹੜਾ, ਧਰਤੀ ਜੋ ਦੋ ਧੜਿਆਂ 'ਚ ਵੰਡੀ ਗਈ, ਸੰਸਾਰ ਵੀ ਦੋ ਧੜਿਆਂ 'ਚ ਵੰਡਿਆ ਜਾਊਗਾ। ਉਹ ਦੋ ਧੜਿਆਂ ਦੇ ਵਿੱਚ ਵੰਡਣ ਤੋਂ ਬਾਅਦ ਇੱਕ ਕੀ ਆ, ਇੱਕ ਜਗ੍ਹਾ ਇੱਕ ਪਾਸੇ ਲੋਕ ਰਹਿ ਜਾਣਗੇ, ਇੱਕ ਪਾਸੇ ਜੋਕਾਂ, ਠੀਕ ਹੈ ਜੀ। ਇੱਕ ਮਤਲਬ ਕਿ ਦੋ ਤਰ੍ਹਾਂ ਦੇ ਆਪਾਂ ਨੂੰ ਲੋਕ ਧਰਤੀ ਦੇ ਉੱਪਰ ਦੇਖਣ ਨੂੰ ਮਿਲਦੇ ਨੇ। ਇੱਕ ਤਾਂ ਹੁੰਦੇ ਆ ਵੀ ਆਪਦੀ ਮਿਹਨਤ ਮੁਸ਼ੱਕਤ ਦੁਆਰਾ ਹੈ ਨਾ ਆਪਦਾ ਪੇਟ ਪਾਲਦੇ ਆ। ਇੱਕ ਲੋਕ ਹੁੰਦੇ ਆ ਲੋਕਾਂ ਦਾ ਖੂਨ ਚੂਸ ਕੇ, ਉਹਨਾਂ ਨੂੰ ਆਪਾਂ ਜੋਕਾਂ ਨਾਲ ਕੰਪੇਅਰ ਕਰਿਆ ਹੋਇਆ ਸੀ, ਵੀ ਜੋਕਾਂ ਹੁੰਦੇ ਆ ਲੋਕ, ਠੀਕ ਹੈ ਜੀ। ਇੱਕ ਚੰਗੇ ਲੋਕ ਹੁੰਦੇ ਇਮਾਨਦਾਰੀ ਨਾਲ ਜੋ ਹੈ ਨਾ ਆਪਣਾ ਕੰਮ ਧੰਦਾ ਕਰਕੇ ਆਪਦਾ ਪੇਟ ਪਾਲਦੇ। ਇੱਕ ਲੋਕਾਂ ਦਾ ਖੂਨ ਪੀ ਕੇ, ਲੋਕਾਂ ਨੂੰ ਮਤਲਬ ਕਿ ਉਹਨੇ ਜ਼ੁਲਮ ਢਾਹ ਕੇ, ਭ੍ਰਿਸ਼ਟਾਚਾਰ ਕਰਕੇ, ਆਪਦਾ ਚੋਰੀਆਂ ਠੱਗੀਆਂ ਕਰਕੇ ਆਪਣਾ ਪੇਟ ਪਾਲਦੇ ਆ। ਵੀ ਇਹ ਦੋ ਤਰ੍ਹਾਂ ਦੀ ਮਤਲਬ ਕਿ ਖਲਕਤ ਮਤਲਬ ਸੰਸਾਰ ਆ ਜਿਹੜਾ ਵੰਡਿਆ ਹੋਇਆ ਦੋ ਧੜਿਆਂ ਦੇ ਵਿੱਚ, ਠੀਕ ਹੈ ਜੀ। ਇਹ ਚੀਜ਼ਾਂ ਮਤਲਬ ਕੋਈ ਨਾ ਕੋਈ ਪ੍ਰਤੀਕ ਲੈ ਕੇ ਚੱਲਦਾ, ਉਹ ਚਿੰਨ੍ਹ ਲੈ ਕੇ ਚੱਲਦਾ ਗੱਲ ਨੂੰ ਸਮਝਾਉਣ ਵਾਸਤੇ। ਅਤੇ ਜਿਵੇਂ ਖਲਕਤ ਹੈ, ਖਲਕਤ ਮਤਲਬ ਉਹ ਸੰਸਾਰ, ਕਿਉਂਕਿ ਸਿੱਧੀ ਗੱਲ ਨਾ ਕਹਿ ਕੇ ਕਹਿ ਸਕਦੇ ਵੀ ਟੇਢੇ ਢੰਗ ਨਾਲ ਗੱਲ ਕਹਿੰਦੇ ਆ, ਠੀਕ ਹੈ ਜੀ। ਕੋਈ ਚਿੰਨ੍ਹ ਯੂਜ਼ ਕਰ ਲਿਆ ਕਿਸੇ ਚੀਜ਼ ਨੂੰ ਡਾਇਰੈਕਟ ਕਹਿਣ ਦੀ ਜਗ੍ਹਾ, ਉਹ ਚੀਜ਼ ਆ। ਹੁਣ ਪ੍ਰਸੰਗ ਕੀ ਹੁੰਦਾ, ਕਹਿੰਦੇ ਇਸ ਵਿੱਚ ਕਹਿੰਦੇ ਕਵਿਤਾ ਦੇ ਵਿਸ਼ੇ 'ਤੇ ਗੱਲ ਕੀਤੀ ਜਾਂਦੀ ਆ। ਆਪਾਂ ਪਹਿਲਾਂ ਪੜ੍ਹਦੇ ਹੁੰਦੇ ਸੀ ਛੋਟੀਆਂ ਕਲਾਸਾਂ ਦੇ ਵਿੱਚ ਵੀ ਹੇਠਲੇ ਪ੍ਰਸੰਗ ਸਾਹਿਤ ਵਿਆਖਿਆ ਲਿਖੋ। ਤਾਂ ਪ੍ਰਸੰਗ ਕੀ ਹੁੰਦਾ, ਕਿਸੇ ਵੀ ਚੀਜ਼ ਜੋ ਪੈਰਾ ਦਿੱਤਾ ਹੁੰਦਾ ਜਾਂ ਕਵਿਤਾ ਲਿਖੀ ਹੁੰਦੀ ਆ, ਉਹਦੇ ਵਿਸ਼ੇ ਦੀ ਬਾਰੇ ਆਪਾਂ ਨੂੰ ਦੱਸਦੇ ਵੀ ਕਿਸ ਵਿਸ਼ੇ ਉੱਪਰ ਜਿਹੜੀ ਕਵਿਤਾ ਉਹ ਲਿਖੀ ਗਈ ਆ, ਕਿਸ ਵਿਸ਼ੇ ਉੱਪਰ ਇਹ ਗੱਲ ਕਰ ਰਿਹਾ ਕਵੀ ਦੀ, ਹੈ ਨਾ, ਇਹ ਚੀਜ਼ ਆ। ਅਤੇ ਕਹਿੰਦੇ ਜਿਸ ਦੇ ਆਧਾਰ 'ਤੇ ਕਵਿਤਾ ਲਿਖੀ ਗਈ ਹੈ ਉਸ ਦੀ ਵਿਸਥਾਰ ਰੂਪ ਵਿੱਚ ਵਿਆਖਿਆ ਉਸ ਤੋਂ ਬਾਅਦ ਕੀਤੀ ਜਾਂਦੀ ਹੈ, ਠੀਕ ਹੈ। ਫਿਰ ਜਦੋਂ ਪ੍ਰਸੰਗ ਮਿਲ ਗਿਆ ਨਾ ਵੀ ਇਹਦੇ ਵਿਸ਼ੇ ਤੋਂ, ਫਿਰ ਉਸ ਤੋਂ ਬਾਅਦ ਇਹਦਾ ਵਿਆਖਿਆ ਵੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਛੰਦ ਦੀ ਗੱਲ ਕਰਦੇ ਹਾਂ ਆਪਾਂ, ਵੀ ਛੰਦ ਕੀ ਹੁੰਦਾ, ਠੀਕ ਹੈ ਜੀ। ਛੰਦ ਦੇਖੋ ਅੱਜ ਕੱਲ੍ਹ ਕੀ ਸਮਾਂ ਆ ਗਿਆ, ਵੀ ਪਹਿਲਾਂ ਹੁੰਦਾ ਸੀ ਵੀ ਕਵਿਤਾ ਸਿੰਪਲ ਪੁੱਛ ਲਈ ਜਾਂਦੀ ਸੀ ਵੀ ਹਾਂਜੀ ਇਸ ਕਵਿਤਾ ਦਾ ਸਿਰਲੇਖ ਕੀ ਹੈ, ਇਸ ਕਵਿਤਾ ਦੇ ਵਿੱਚ ਕਿਹੜੀ ਗੱਲ ਪੁੱਛੀ ਗਈ ਆ, ਇਸ ਕਵਿਤਾ ਨੂੰ ਮਤਲਬ ਕਿ ਕਵੀ ਨੇ ਜਿਹੜਾ ਕਿਸ ਢੰਗ ਨਾਲ ਪੇਸ਼ ਕੀਤਾ। ਉਹ ਥੋੜ੍ਹਾ ਜਿਹਾ ਰੂਪ ਚੇਂਜ ਹੋ ਗਿਆ, ਠੀਕ ਹੈ। ਹੁਣ ਦਾ ਸਮੇਂ ਦੇ ਵਿੱਚ ਜ਼ਿਆਦਾਤਰ ਇਹ ਕੁਐਸਚਨ ਆਉਂਦੇ ਵੀ ਇਹ ਕਵਿਤਾ ਕਿਹੜੇ ਛੰਦ 'ਚ ਲਿਖੀ ਗਈ ਆ, ਕਿਸ ਤਰ੍ਹਾਂ ਦਾ ਇਹ ਛੰਦ ਪ੍ਰਯੋਗ ਕੀਤਾ ਗਿਆ, ਹੈ ਨਾ, ਇਸ ਤਰ੍ਹਾਂ ਦੇ ਪ੍ਰਸ਼ਨ। ਤੁਹਾਨੂੰ ਕੀ ਹੁੰਦਾ ਛੰਦ, ਕਹਿੰਦੇ ਅੱਖਰਾਂ ਜਾਂ ਵਰਨਾਂ ਦੀ ਖਾਸ ਗਿਣਤੀ ਮਿਣਤੀ ਦੁਆਰਾ ਤੁਕਾਂਤ ਦਾ ਜੋ ਉਚਿਤ ਮੇਲ ਹੁੰਦਾ ਉਹ ਛੰਦ ਹੁੰਦਾ, ਠੀਕ ਹੈ ਜੀ। ਮਤਲਬ ਕਿ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਦਾ ਸਹੀ ਨਾਪ ਤੋਲ ਕਰਨਾ, ਠੀਕ ਹੈ, ਸਹੀ ਨਾਪ ਤੋਲ ਕਹਿ ਸਕਦੇ ਹਾਂ ਆਪਾਂ, ਜਾਂ ਗਿਣਤੀ ਮਿਣਤੀ ਆਪਾਂ ਕਹਿ ਸਕਦੇ ਵੀ ਹੋਵੇ, ਤਾਂ ਉਹ ਕੀ ਹੁੰਦਾ, ਛੰਦ ਹੁੰਦਾ, ਠੀਕ ਹੈ ਜੀ। ਕਹਿੰਦੇ ਇਸ ਦਾ ਸੰਬੰਧ ਸੁਰਤਾਲ ਨਾਲ ਹੁੰਦਾ, ਜਿਹੜਾ ਛੰਦ ਹੁੰਦਾ ਉਹਦਾ ਸੰਬੰਧ ਸੁਰਤਾਲ। ਦੇਖੋ ਤੁਕਾਂਤ ਕੀ ਚੀਜ਼ ਹੁੰਦੀ ਹੈ ਇੱਥੇ, ਠੀਕ ਹੈ ਜੀ। ਤੁਕਾਂਤ ਹੁੰਦੀ ਆ ਇੱਕ ਆ ਤੁਕਾਂਤ ਹੁੰਦੀ ਆ, ਆ ਤੁਕਾਂਤ। ਤੁਕਾਂਤ ਦਾ ਮਤਲਬ ਹੁੰਦਾ ਜਦੋਂ ਪਿੱਛੇ ਤੁਕ ਮਿਲਦੀ ਹੈ, ਜਿਵੇਂ ਇੱਥੇ ਨਾ ਮਿਲ ਰਿਹਾ ਨਾ, ਠੀਕ ਹੈ, ਉਵੇਂ ਤੁਕਾਂਤ। ਜਿਵੇਂ ਇੱਥੇ ਨੇਰੀਆਂ ਮੇਰੀਆਂ, ਇਹ ਸਾਰੀਆਂ ਤੁਕਾਂਤ ਹੁੰਦੀਆਂ ਨੇ, ਠੀਕ ਹੈ ਜੀ। ਜਿਹੜੇ ਇਹ 'ਚ ਨਾ ਮਿਲਦੀ ਹੋਵੇ, ਜਿਵੇਂ ਆ ਉੱਪਰਲਾ ਪੈਰਾ ਸੀਗਾ, ਇਹਦੇ ਵਿੱਚ ਆਪਸ ਦੇ ਵਿੱਚ ਕੋਈ ਲਾਸਟ ਚੀਜ਼ ਮਿਲ ਨਹੀਂ ਰਹੀ ਹੈਗੀ, ਠੀਕ ਹੈ। ਜਿਵੇਂ ਟੁੱਟੀ ਵਿੱਚ, ਵੰਡੀ ਦਾ, ਮਤਲਬ ਆਪਸ ਦਾ ਲਾਸਟ ਵਾਲਾ ਜਿਹੜਾ ਸ਼ਬਦ ਹੈ ਉਹ ਮਿਲ ਨਹੀਂ ਰਿਹਾ, ਤਾਂ ਉਹ ਆ ਤੁਕਾਂਤ ਹੁੰਦੀ ਹੈ। ਜਿਹੜੀ ਮਿਲਦੀ ਹੋਵੇ, ਠੀਕ ਹੈ, ਬੋਲਣ ਦੇ ਵਿੱਚ, ਠੀਕ ਹੈ, ਸਿਰਫ ਲਿਖਣ ਦੇ ਵਿੱਚ ਲਈ ਨਹੀਂ, ਬੋਲਣ ਦੇ ਵਿੱਚ ਵੀ ਹੋਵੇ, ਉਹ ਤੁਕਾਂਤ ਹੁੰਦੀ। ਜਿਵੇਂ ਇੱਥੇ ਇੱਕ ਲਿਖਿਆ ਹੋਇਆ ਦੇਖੋ, ਕਹਿੰਦਾ ਆਪਣੇ ਖੂਨ ਦੀ ਬਗੇ 'ਚ ਨਾ ਰਿਸ਼ਤਿਆਂ ਦਾ ਕੀ ਰੱਖੀਏ ਨਾ, ਉਤਰੀਆਂ ਕਾਲੀਆਂ ਬੋਲੀਆਂ ਹਨੇਰੀਆਂ, ਨਾ ਰੁੱਤਾਂ ਤੇਰੀਆਂ ਨਾ ਰੁੱਤਾਂ ਮੇਰੀਆਂ। ਦੇਖੋ ਇੱਥੇ ਝਨਾ
देखो इत्थे अपने खून दी वगे च ना रिश्तिਆਂ ਦਾ ਕੀ ਰੱਖੀ ਨਾ। देखो ये दोनों चीज़ां च ना ना मिलदा है ना। तो इत्थे लिखिਆ हनेरियां ननेरियां मेरियां, देखो ये दोनों की तुक बनती है तो इसनूं कहंदे तुकांत। ठीक है जी, ये चीज़ हुंदा छंद। छंद दे विच ही चीज़ां तां है भी इहदे विच की हुंदा। देखो आ चीज़ दित्ती हुई है भी किन्ना लिखे हुए भी है ना प्रॉपर, मतलब कि जे आ लैना ने ते आ लैना ने, इत्थे कोमा लगे होया। ठीक है, थल्ले ए लैना इत्थे फिर कोमा, तो मतलब आ जिन्नियां लैना ने सेम ये होने चाहिए ने, ये वालियां आपस दे विच मिलनियां चाहिए ने, ये छंद हुंदा जी। ठीक है, ये तुहानूं बाद विच किसी वीडियो दे विच छंद बारे चंगी तरह करवाया जाऊगा। दोहरा छंद की हुंदा, ठीक है, वो सारे भी रोला छंद की हुंदा गा है ना, चौपाई छंद की हुंदा, उन्हां बारे दस्सिया जाऊगा। फिलहाल तुसीं ये समझ लो भी छंद तुहानूं पता ही लग गया होगा भी तुकांत दे विच जदों आपां तुक दे विच जदों कोई कविता आपां गाउने जिहदे विच शब्दां दी गिनती मिनती दा ध्यान रखिया हुंदा भी। ठीक है, भी इन्ने इस लाइन दे विच इन्ने उस लाइन दे विच जिहड़े शब्द ने दित्ते गए होण, जां अखर आपां कहने अखरां नाल संबंध हुंदा इहदा। ठीक है जी, इस तो बाद अलंकार की गल करते हैं। ठीक है, अलंकार नूं आपां की कहना, गहना कह दिंदे हैं, है ना, गहना भी जिस तरह एक औरत है जिहड़ी गहने पा के बहुत सुंदर लगती है, इस तरह जिहड़ा कविता गा, कविता भी एक अलंकार द्वारा, जिवें औरत गहने नाल सुंदर लगती है, कविता भी सुंदर लगती है काहदे नाल, अलंकार नाल। ठीक है जी, कहते कविता नूं सजाउण दा ढंग हुंदी आ की चीज़, अलंकार। अलंकार आ जिहड़ा वो कविता नूं सजाउंदा है। ठीक है, कविता नूं कहते सुंदर ते सुहजमई बनाउण विच बनाउण लई कवि इस दी वरतों करदे ने। कविता नूं की चीज़ करन दे लई, इहनूं सुंदरता नूं वधाउण दे लई, ਉਹਦੀ ਸੁਹਜਤਾ ਨੂੰ ਵਧਾਉਣ ਦੇ ਲਈ ਕਵੀ ਆ ਜਿਹੜਾ ਉਹ ਅਲੰਕਾਰ ਦਾ ਪ੍ਰਯੋਗ ਕਰਦਾ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਰਸ ਹੈ, ਰਸ ਕੀ ਚੀਜ਼ ਹੈ, ਕਹਿੰਦੇ ਕਵਿਤਾ ਵਿੱਚ ਜੋ ਸਾਨੂੰ ਆਨੰਦ ਮਿਲਦਾ ਨਾ, ਜੋ ਸਵਾਦ ਮਿਲਦਾ ਹੈ, ਉਹ ਕੀ ਚੀਜ਼ ਆ ਰਾਜੀ, ਉਹ ਰਸ ਹੈ। ਠੀਕ ਹੈ ਜੀ, ਉਹ ਕੀ ਚੀਜ਼ ਆ, ਰਸ ਹੈ। ਠੀਕ ਹੈ ਜੀ, ਤੇ ਕਵਿਤਾ ਵਿੱਚ ਜੋ ਸਾਨੂੰ ਆਨੰਦ, ਸਵਾਦ ਤੇ ਪ੍ਰਭਾਵ ਗ੍ਰਹਿਣ ਕਰਨ ਨੂੰ ਮਿਲਦਾ ਨਾ, ਉਹ ਕੀ ਚੀਜ਼ ਆ, रस है। भी सानू उस चीज़ का प्रभाव की पै रहा कि किस तरह का सानू स्वाद मिल रहा कविता पढ़ के। ठीक है, वो रस है, जिमें प्रेम हो गया, डर हो गया, क्रोध हो गया। ठीक है जी, ते घृणा, लज्जा, हासा, रोना, ये सारे की ने रस ने ये। ठीक है, करुणा रस, ठीक है, और रुद्र रस हो गए, वीरता रस हो गया। ठीक है, ये सारे काहदे विच आउणगे, ये कविता का भाग हुंदे ने। हरेक कविता विच कोई ना कोई आपां नूं रस जरूर मिलता है। देखो एक पैरा दिता होया आपां ने। ठीक है जी, इस पैरे नूं जदों तुसीं पढ़ोगे, ठीक है, इहदा मैं तुहानूं हल करवाऊँगा, क्योंकि तुहानूं जदों भी कोई पैरा होगा ना कविता वाला पेपर दे विच, तां एक चीज़ दा स्टूडेंट ध्यान रखना भी पैरे नूं ना जिहड़ा हबड़ा दबड़ी दे विच कदे भी सॉल्व भी हाँ असीं काहली दे विच करके बस चल जाइए। कविता नूं थोड़ा ध्यान नाल पैरा जिहड़ा हुंदा कविता वाला उहनूं थोड़ा ध्यान नाल करना पैंदा, क्योंकि इहदे विच की हुंदा क्वेश्चन आ जिहड़ा हो सकदा नहीं दे विच आंसर पुछया होवे क्वेश्चन, क्योंकि कविता नूं जिहड़ा वो सीधा डायरैक्ट क्वेश्चन नहीं उहदे विच आपां नूं मिलदा हुंदा। थोड़ा जिहा आपां नूं लैंगुएज नूं समझना पैंदा कविता दी नूं। देखो इहदे विच लिखिआ जिवें कहंदा मां छां जिंदगी दे निकड़े जहे दिल विच। ठीक है जी, मां छां जिंदगी दे निकड़े जहे दिल विच, सोमा मुहब्बत दा रब ने पसारिया। ठीक है जी, वैसे छोटा जिहा पैरा का तां करके मैं सारे ही पढ़ लूँगा, बट जे बड़ा पैरा दिता होवे तुसीं सारा नहीं पढ़ना बैठना उत्थे, इस चीज़ का ध्यान रखना तुसीं हमेशा। ठीक है जी, देखो तुहानूं हमेशा कविता दे विचों 5 तो जिहड़े 6 क्वेश्चन ने वो जरूर मिलणगे। ठीक है जी, कविता दे विचों तां 5 ते 6 नंबर तुहाडे वास्ते बहुत इंपॉर्टेंट ने, तुहाडे वास्ते वेरी मतलब कि कह सकते भी तुहाडी जिंदगी जो पेपर दे तुसीं देवोगे PS टैट दा, तुहाडी जो मैरिट है उसनूं वधाउण दे विच, तुहाडे पासिंग मार्क्स वधाउण दे विच इन्हां दा वड्डा रोल होऊगा कविता के पैरों का। ठीक है, 5 तो 6 नंबर काफ़ी बड़े नंबर ने, 1 नंबर नाल ते बहुत फर्क पै जांदा। देखो इत्थे पैरा भी मां छां जिंदगी दे निकड़े जहे दिल विच, सोमा मुहब्बतां दा रब ने पसारिया, अज तिकण जिहदा किसे थां तला नहीं लब्भा, मार मारो टुब्बियां है सारा जग हारिया, बड़े शहरां लिखारियां ने जोर ला के, मां दे प्यार वाला फोटो है उतारिया। ठीक है जी, मैं भी तस्वीर इत निक्की जही विखालना हाँ, सैरी दे रंग नाल जिन्हों मैं सवारिया। देखो ये सारी कविता तुसीं पढ़ के तुहानूं पता लग गया होगा, सारी कविता एक काहदे उपर लिखी गई, एक माँ की ममता पर लिखी गई है, माँ पर लिखी गई है भी एक माँ जिहड़ी उसका जो रूप है, ठीक है, वो रब दे वर्गा गा,
ਤੇ ਕੋਈ ਵੀ ਕਵੀ ਸ਼ਾਇਰ ਉਸ ਦੀ ਜਿਹੜੀ ਪ੍ਰਸ਼ੰਸਾ ਠੀਕ ਹੈ ਉਹਨੂੰ ਇਹ ਨਹੀਂ ਹੈਗਾ ਵੀ ਸੀਮਿਤ ਕਰ ਸਕਿਆ, ਜਿੰਨਾ ਮਾਂ ਦੇ ਬਾਰੇ ਲਿਖਿਆ ਜਾਏ ਓਨਾ ਹੀ ਘੱਟ ਹੈ। ਠੀਕ ਹੈ, ਇਹਦੇ ਵਿੱਚ ਜਿਵੇਂ ਪਹਿਲਾ ਪ੍ਰਸ਼ਨ ਹੈ ਵੀ ਉਪਰੋਕਤ ਕਾਵਿ ਸਤਰਾਂ ਕਿਹੜੇ ਕਵੀ ਦੀ ਰਚਨਾ ਹਨ। ਠੀਕ ਹੈ, ਇਹ ਕਿਹੜੇ ਕਵੀ ਦੁਆਰਾ ਲਿਖੀਆਂ ਗਈਆਂ ਨੇ। ਦੇਖੋ ਇਸ ਤਰ੍ਹਾਂ ਦੇ ਕੁਐਸਚਨਾਂ ਤੋਂ ਬੱਚੇ ਬੜੇ ਡਰਦੇ ਆ। ਠੀਕ ਹੈ, ਉਹ ਇਸ ਕਹਿੰਦੇ ਆ ਵੀ ਸਰ ਸਾਨੂੰ ਇਹ ਨਾ ਬੜੀ ਦਿੱਕਤ ਆਉਂਦੀ ਹੈ। ਦੇਖੋ ਕੁਛ ਕੁ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਵੀ ਕਿਸੇ ਕਵੀ ਨੂੰ ਜਦੋਂ ਪਛਾਣਨਾ ਹੋਵੇ ਨਾ, ਕੁਛ ਕੁ ਗੱਲਾਂ ਹੁੰਦੀਆਂ ਨੇ ਉਹ ਧਿਆਨ ਦੇ ਵਿੱਚ। ਜਿਵੇਂ ਦੇਖੋ ਅੰਮ੍ਰਿਤਾ ਪ੍ਰੀਤਮ ਦੀ ਗੱਲ ਹੋ ਗਈ, ਅੰਮ੍ਰਿਤਾ ਪ੍ਰੀਤਮ ਹੋ ਗਈ, ਭਾਈ ਵੀਰ ਸਿੰਘ ਹੋ ਗਏ। ਭਾਈ ਵੀਰ ਸਿੰਘ ਤੁਹਾਨੂੰ ਪਤਾ ਵੀ ਅਧਿਆਤਮਿਕ ਕਵੀ ਨੇ, ਉਹ ਜ਼ਿਆਦਾਤਰ ਪਰਮਾਤਮਾ ਉੱਪਰ ਹੀ ਲਿਖਦੇ ਨੇ, ਪਰਮਾਤਮਾ ਦੇ ਉੱਪਰ ਹੀ ਕਵਿਤਾਵਾਂ ਲਿਖੀਆਂ ਉਹਨੇ। ਅੰਮ੍ਰਿਤਾ ਪ੍ਰੀਤਮ ਦੀ ਗੱਲ ਹੋ ਗਈ, ਅੰਮ੍ਰਿਤਾ ਪ੍ਰੀਤਮ ਨੇ ਜ਼ਿਆਦਾਤਰ ਕੀ ਕਰਿਆ ਹੋਇਆ, ਜੋ ਵਿਛੋੜੇ ਦੀ ਗੱਲਾਂ ਹੁੰਦੀਆਂ ਨੇ ਕਿ ਜੇ ਵੰਡ ਹੋ ਗਈ ਦੇਸ਼ ਦੀ, ਉਸ ਦੇ ਉੱਪਰ, ਤੇ ਦੂਸਰੀ ਗੱਲ ਰੋਮਾਂਟਿਕ ਕਵਿਤਾਵਾਂ ਜ਼ਿਆਦਾ ਲਿਖੀਆਂ ਹੋਈਆਂ ਨੇ, ਹੈ ਨਾ। ਉਹ ਆਪਾਂ ਨੂੰ ਥੋੜ੍ਹਾ ਧਿਆਨ ਰੱਖਣਾ ਪਊਗਾ। ਦੇਖੋ ਇਹ ਜਿਹੜੀ ਸਤਰਾਂ ਨੇ, ਤੁਹਾਨੂੰ ਤਾਂ ਚਲੋ ਨਹੀਂ ਪਤਾ ਹੋਊਗਾ, ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਹੜੀਆਂ ਸਾਰੀਆਂ ਇਹ ਕਵਿਤਾਵਾਂ ਦੀਆਂ ਲਾਈਨਾਂ ਨੇ ਸਟੂਡੈਂਟਸ, ਇਹ ਫਿਰੋਜ਼ਦੀਨ ਸਰਫ ਦੁਆਰਾ ਲਿਖੀਆਂ ਗਈਆਂ। ਠੀਕ ਹੈ, ਫਿਰੋਜ਼ਦੀਨ ਸਰਫ ਦੁਆਰਾ ਇਹ ਲਾਈਨਾਂ ਨੇ ਜਿਹੜੀਆਂ ਇਹ ਲਿਖੀਆਂ ਗਈਆਂ ਨੇ। ਠੀਕ ਹੈ ਜੀ, ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਵੀ ਪਿਆਰ ਦੀ ਛਾਂ ਦੇਣ ਵਾਲਾ ਕੌਣ ਹੈ। ਠੀਕ ਹੈ ਜੀ, ਪਿਆਰ ਦੀ ਛਾਂ ਦੇਣ ਵਾਲਾ ਕੌਣ ਹੈ ਇਹਨਾਂ ਵਿੱਚੋਂ। ਇੱਥੇ ਆਪਸ਼ਨ ਨੇ ਬਾਪ, ਮਾਂ, ਭੈਣ, ਉਪਰੋਕਤ ਵਿੱਚੋਂ ਕੋਈ। ਠੀਕ ਹੈ ਜੀ, ਇਹ 4 ਆਪਸ਼ਨ ਨੇ। ਤੁਹਾਨੂੰ ਵੀ ਪਤਾ ਵੀ ਇੱਕ ਪਿਆਰ ਦੀ ਛਾਂ ਜਿਹੜੀ ਉਹ ਕੌਣ ਹੁੰਦੀ ਹੈ, ਆਪਣੀ ਮਾਂ ਹੁੰਦੀ ਆ। ਮਾਂ ਹੁੰਦੀ ਹੈ, ਮਾਂ ਉਹ ਦੁਨੀਆ ਵਾਲਿਓ, ਆਪਾਂ ਨੇ ਪੜ੍ਹਿਆ ਵੀ ਹੋਏਗਾ। ਦੇਖੋ ਕੁਲਦੀਪ ਮਾਨਕ ਦਾ ਗਾਣਾ ਆਪਾਂ ਨੇ ਸੁਣਿਆ ਹੋਇਆ ਹੈ ਨਾ, ਉਹਦੇ ਵਿੱਚ ਪਹਿਲੇ ਉਹਨਾਂ ਨੇ ਕਿਹਾ ਹੋਇਆ ਇਹ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਵੀ ਕਹਿੰਦੇ ਕੌਣ ਅੱਜ ਤੱਕ ਕਿਹੜੀ ਚੀਜ਼ ਦੀ ਥਾਂ ਨਹੀਂ ਪਾ ਸਕਿਆ। ਠੀਕ ਹੈ, ਕੌਣ ਅੱਜ ਤੱਕ ਕਿਹੜੀ ਚੀਜ਼ ਦੀ ਥਾਂ ਨਹੀਂ ਪਾ ਸਕਿਆ। ਠੀਕ ਹੈ ਜੀ, ਕਿਸ ਚੀਜ਼ ਦੀ ਅਜੇ ਤੱਕ ਥਾਂ ਨਹੀਂ ਪਾ ਸਕੇ। ਇੱਥੇ ਲਿਖਣੇ ਮਾਂ ਦੇ ਸੁਭਾਅ ਦੀ, ਮਾਂ ਦੇ ਪਿਆਰ ਦੀ, ਮਾਂ ਦੇ ਦਿਲ ਦੀ, ਮਾਂ ਬੋਲੀ ਦੀ। ਤਾਂ ਇੱਥੇ ਆਪਾਂ ਇਹਦਾ ਰਾਈਟ ਆਨਸਰ ਹੋਊਗਾ ਮਾਂ ਦੇ ਪਿਆਰ ਦੀ। ਹਜੇ ਤੱਕ ਮਾਂ ਦੇ ਪਿਆਰ ਦੀ ਥਾਂ ਕੋਈ ਨਹੀਂ ਪਾ ਸਕਿਆ। ਆਪਾਂ ਇਹ ਸਾਰੀਆਂ ਸਟੂਡੈਂਟ ਜਦੋਂ ਪੈਰਾ ਪੜ੍ਹਿਆ ਸੀਗਾ ਹੈ ਨਾ, ਉਹ ਆਪਾਂ ਦੇਖ ਚੁੱਕੇ ਸੀ ਵੀ ਇਹਦੇ ਵਿੱਚ ਕਿਹੜਾ ਆਨਸਰ ਆਪਾਂ ਨੂੰ ਮਿਲਦਾ। ਠੀਕ ਹੈ, ਜਿਹਦਾ ਨਾ ਕੋਈ ਥਾ ਤਲਾ ਨਹੀਂ ਵਸਾਇਆ। ਠੀਕ ਹੈ, ਇਹ ਚੀਜ਼ ਮੁਹੱਬਤ। ਇੱਥੇ ਦੇਖੋ ਕੀ ਕਰਿਆ ਹੋਇਆ ਰਾਈਟਰ ਨੇ, ਉੱਪਰ ਮੁਹੱਬਤ ਸ਼ਬਦ ਲਿਖਤਾ ਤੇ ਥੱਲੇ ਲਿਖਤਾ ਪਿਆਰ। ਪਿਆਰ ਤੇ ਮੁਹੱਬਤ ਉਹੀ ਹੈ ਨਾ, ਸਮਝਣ ਦੀ ਗੱਲ ਹੈ। ਬਸ ਕੁਛ ਵਰਡਿੰਗ ਸ਼ਬਦ ਨੇ ਜਿਹੜੇ ਉਹ ਘੁਮਾ ਦਿੰਦਾ ਆਪਣੇ ਵੱਲੋਂ, ਜਿਹੜਾ ਐਗਜ਼ਾਮੀਨਰ ਹੁੰਦਾ ਉੱਥੇ ਉਹਨਾਂ ਚੀਜ਼ਾਂ ਨੂੰ ਪਕੜਨਾ ਹੁੰਦਾ ਆਪਾਂ ਨੇ। ਅਗਲਾ ਪ੍ਰਸ਼ਨ ਹੈ ਤੁਹਾਡਾ ਵੀ ਮਾਂ ਦੇ ਪਿਆਰ ਦੀਆਂ ਤਸਵੀਰਾਂ ਨੂੰ ਉਤਾਰਨ ਦੇ ਯਤਨ ਕਿਸ ਨੇ ਕੀਤੇ ਹਨ। ਠੀਕ ਹੈ, ਮਾਂ ਦੇ ਪਿਆਰ ਦੀਆਂ ਤਸਵੀਰਾਂ ਨੂੰ ਉਤਾਰਨ ਦੇ ਯਤਨ ਕਿਸ ਨੇ ਕੀਤੇ ਨੇਗੇ। ਤੇ ਇੱਥੇ ਆਪਸ਼ਨ ਨੇ ਵੀ ਵੱਡੇ ਵੱਡੇ ਕਲਾਕਾਰਾਂ ਨੇ। ਠੀਕ ਹੈ ਜੀ, ਆਪਸ਼ਨ ਹੈ ਵੱਡੇ ਵੱਡੇ ਆਗੂਆਂ ਨੇ, ਵੱਡੇ ਵੱਡੇ ਚਿੱਤਰਕਾਰਾਂ ਨੇ, ਵੱਡੇ ਵੱਡੇ ਲਿਖਾਰੀਆਂ ਕਵੀਆਂ ਨੇ। ਤਾਂ ਆਪਾਂ ਇੱਥੇ ਪਹਿਰਾ ਚੈੱਕ ਕਰਦੇ ਹਾਂ। ਠੀਕ ਹੈ ਵੀ ਕਿੰਨਾ ਦੇ ਸੀ, ਜੇ ਤੁਸੀਂ ਦੁਬਾਰਾ ਹੁੰਦਾ ਨਾ, ਕਹਿੰਦੇ ਮਾਰ ਮਾਰ ਟੁੱਬੀਆਂ ਹੈ ਸਾਰਾ ਜੱਗ ਹਾਰਿਆ, ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਲਿਆ। ਠੀਕ ਹੈ, ਇਹ ਆਪਾਂ ਨੂੰ ਮਿਲਿਆ ਵੱਡੇ ਵੱਡੇ ਸ਼ਾਇਰ ਤੇ ਲਿਖਾਰੀ। ਇੱਥੇ ਜਿੱਥੇ ਆਪਾਂ ਨੂੰ ਮਿਲਦਾ ਉੱਥੇ ਆਪਾਂ ਲਾਵਾਂਗੇ। ਠੀਕ ਹੈ ਜੀ, ਇਹ ਚੀਜ਼ ਆ ਵੱਡੇ ਵੱਡੇ ਲਿਖਾਰੀਆਂ ਤੇ ਕਵੀਆਂ, ਮਤਲਬ ਕਵੀ ਇੱਥੇ ਹੋਈ ਹੋਊਗਾ ਸ਼ਾਇਰ। ਠੀਕ ਹੈ, ਇਸ ਤੋਂ ਬਾਅਦ ਕਵੀ ਨੇ ਮਾਂ ਦੇ ਪਿਆਰ ਦੀ ਨਿੱਕੀ ਜਿਹੀ ਤਸਵੀਰ ਨੂੰ ਕਿਸ ਨਾਲ ਸਿੰਗਾਰਿਆ। ਠੀਕ ਹੈ ਜੀ, ਕਵੀ ਨੇ ਮਾਂ ਦੇ ਪਿਆਰ ਦੀ ਨਿੱਕੀ ਜਿਹੀ ਤਸਵੀਰ ਨੂੰ ਕਿਸ ਨਾਲ ਸਿੰਗਾਰਿਆ ਗਿਆ। ਆਪਸ਼ਨ ਨੇ ਪਹਿਲਾ ਹੈਗਾ ਸ਼ਾਇਰੀ ਦੇ ਰੰਗ ਦੁਆਰਾ, ਤਸਵੀਰ ਦੇ ਰੰਗ ਨਾਲ, ਬੋਲੀ ਦੇ ਰੰਗ ਨਾਲ ਤੇ ਨਾਟਕ ਦੇ ਰੰਗ ਨਾਲ। ਠੀਕ ਹੈ ਜੀ, ਤਾਂ ਆਪਾਂ ਨੇ ਉੱਪਰ ਪੜ੍ਹੀ ਸੀਗਾ, ਦੇਖੋ ਇਹਦੇ ਉੱਪਰ ਸ਼ਾਇਰੀ ਦੇ ਰੰਗ ਨਾਲ ਜਿਹਨੂੰ ਹੈ ਸਵਾਰਿਆ। ਠੀਕ ਹੈ ਜੀ, ਸਿੰਪਲ ਜਿਹਾ। ਦੇਖੋ ਵਿੱਚ ਤਾਂ ਬਿਲਕੁਲ ਹੀ ਆਸਾਨ ਹੁੰਦੇ ਆ। ਠੀਕ ਹੈ, ਇਸ ਤਰ੍ਹਾਂ ਦਾ ਪੈਰਾ ਜੇ ਦੇਖਣ ਨੂੰ ਮਿਲ ਜਾਏ ਸਟੂਡੈਂਟ ਨੂੰ ਫਿਰ ਤਾਂ ਬਹੁਤ ਵਾਰਾ ਹੈ ਨਾ, ਬਹੁਤ ਵਧੀਆ ਹੋ ਜੇ। ਫਿਰ ਤਾਂ ਸਟੂਡੈਂਟਸ ਦੇ ਮਤਲਬ ਇਹ ਕਹਿੰਦੇ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇ, ਉੱਧਰੋਂ ਪੇਪਰ ਵਧੀਆ ਹੋਵੇ ਹੈ ਨਾ, ਅਤੇ ਉੱਧਰੋਂ ਪੰਜਾਬੀ ਦੇ ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲ ਜਾਣ, ਤਾਂ ਕਹਿੰਦੇ ਵੀ ਇੱਕ ਮੁਸਕਾਨ ਸਟੂਡੈਂਟ ਦੇ ਚਿਹਰੇ 'ਤੇ ਆਪਣੇ ਆਪ ਆਉਂਦੀ ਵੀ ਹਾਂ ਇਹ ਚੀਜ਼ ਮੈਨੂੰ ਆਉਂਦੀ ਹੈ। ਠੀਕ ਹੈ ਜੀ, ਕਿਉਂਕਿ ਇਹ ਚੀਜ਼ ਹੁੰਦੀ ਹੈ ਵੀ ਜਿਹੜੇ ਆਪਾਂ ਯਾਦ ਤਾਂ ਨਹੀਂ ਕਰ ਸਕਦੇ, ਉੱਥੇ ਤੁਹਾਡਾ ਲੱਕ ਵੀ ਕੰਮ ਕਰੇਗਾ ਵੀ ਹਾਂ ਤੁਹਾਨੂੰ ਕਿਸ ਤਰ੍ਹਾਂ ਦਾ ਨਾ ਪੰਜਾਬੀ ਦਾ ਪੈਰਾ ਦੇਖਣ ਨੂੰ ਮਿਲਦਾ। ਜੇ ਜ਼ਿਆਦਾ ਟਫ ਲੈਵਲ ਦਾ ਆਉਂਦਾ ਉੱਥੇ ਬੱਚਿਆਂ ਦਾ ਜਿਹੜਾ ਦਿਮਾਗ ਉੱਥੇ ਹੀ ਖਰਾਬ ਹੋਣਾ ਸਟਾਰਟ ਹੋ ਜਾਂਦਾ, ਬਾਕੀ ਪੇਪਰ ਦਾ ਸੱਤਿਆਨਾਸ਼ ਹੋ ਜਾਂਦਾ ਉੱਥੇ। ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸਟੂਡੈਂਟਸ ਤੁਸੀਂ। ਠੀਕ ਹੈ ਵੀ ਕੋਈ ਵੀ ਜਦੋਂ ਪੈਰਾ ਕਰੋ ਤਾਂ ਆਪਣੇ ਦਿਮਾਗ ਨੂੰ ਠੰਡਾ ਰੱਖਣਾ ਅਤੇ ਹਮੇਸ਼ਾ ਕੁਐਸਚਨ ਨੂੰ ਜਿਹੜਾ ਬੜੇ ਧਿਆਨ ਨਾਲ ਸਮਝ ਕੇ ਕਰਨਾ। ਠੀਕ ਹੈ, ਕਾਹਲੀ ਦੇ ਵਿੱਚ, ਜਲਦਬਾਜ਼ੀ ਦੇ ਵਿੱਚ ਕੁਝ ਵੀ ਨਾ ਕਰਨਾ। ਅਗਲਾ ਦੇਖੋ ਪ੍ਰਸ਼ਨ ਇੱਥੇ ਵੀ ਉਪਰੋਕਤ ਕਾਵਿ ਸਤਰਾਂ ਅਨੁਸਾਰ ਕਿਸੇ ਦੇ ਨਿੱਕੇ ਜਿਹੇ ਦਿਲ ਵਿੱਚ ਰੱਬ ਨੇ ਮੁਹੱਬਤ ਦਾ ਸੋਮਾ ਪਸਾਰਿਆ। ਠੀਕ ਹੈ ਜੀ, ਕਿਸ ਦੇ ਦਿਲ ਵਿੱਚ ਪਸਾਰਿਆ ਜੀ, ਇਹ ਆਪਾਂ ਪੜ੍ਹਿਆ ਹੋਇਆ। ਦੇਖੋ ਸਾਰੀ ਕਵਿਤਾ ਕਿਸ ਦੇ ਉੱਪਰ ਗੱਲ ਕਰ ਰਹੀ ਹੈ, ਇੱਕ ਮਾਂ ਦੇ ਉੱਪਰ ਕਰ ਰਹੀ ਹੈ, ਤਾਂ ਇਹਦਾ ਰਾਈਟ ਆਨਸਰ ਹੋਊਗਾ ਮਾਂ ਦੇ। ਠੀਕ ਹੈ ਜੀ, ਉਪਰੋਕਤ ਕਾਵਿ ਸਤਰਾਂ ਅਨੁਸਾਰ
ਮਾਂ ਦੇ ਨਿੱਕੇ ਜਿਹੇ ਦਿਲ ਵਿੱਚ ਰੱਬ ਨੇ ਮੁਹੱਬਤ ਦਾ ਸੋਮਾ ਪਸਾਰਿਆ। ਮੁਹੱਬਤ ਦਾ ਸੋਮਾ ਹੁੰਦੀ ਆ ਮਾਂ, ਠੀਕ ਹੈ, ਕਿਉਂਕਿ ਆਪਾਂ ਨੂੰ ਛੋਟੇ ਹੁੰਦੇ ਨੂੰ ਪਾਲਦੀ ਹੈ, ਪੋਸਦੀ ਹੈ, ਠੀਕ ਹੈ, ਆਪਣਾ ਧਿਆਨ ਰੱਖਦੀ ਹੈ, ਠੀਕ ਹੈ, ਠੀਕ ਹੈ। ਇੱਕ ਮੁਹੱਬਤ ਜਿਹੜੀ ਪਹਿਲੀ ਹੁੰਦੀ ਹੈ ਇਨਸਾਨ ਦੀ, ਉਹ ਹਮੇਸ਼ਾ ਉਸਦੀ ਮਾਂ ਹੁੰਦੀ ਹੈ। ਅਗਲਾ ਪ੍ਰਸ਼ਨ ਹੈ, ਉਪਰੋਕਤ ਕਾਵਿ ਸਤਰਾਂ ਵਿੱਚ ਥਾਂ ਤਲਾ ਤੋਂ ਕੀ ਭਾਵ ਹੈ? ਠੀਕ ਹੈ ਜੀ, ਥਾਂ ਤਲਾ ਤੋਂ ਕੀ ਭਾਵ ਹੈ? ਉਚਾਈ, ਇੱਥੇ ਆਪਸ਼ਨ ਨੇ ਉਚਾਈ ਹੈ, ਨਿਵਾਣ ਹੈ, ਡੂੰਘਾਈ ਹੈ, ਲੰਬਾਈ ਹੈ। ਠੀਕ ਹੈ ਜੀ, ਦੇਖੋ ਇੱਥੇ ਕੀ ਚੀਜ਼ ਆ? ਥਾਂ ਤਲਾ, ਠੀਕ ਹੈ ਜੀ, ਥਾਂ ਤਲਾ। ਦੇਖੋ ਤਲ ਦਾ ਮਤਲਬ ਕੀ ਹੁੰਦਾ? ਤਲ ਆਪਾਂ ਕਹਿੰਦੇ ਵੀ ਤਲ, ਠੀਕ ਹੈ, ਤਲ ਹੁੰਦਾ ਜਿਵੇਂ ਸਮੁੰਦਰ ਦਾ ਤਲ ਹੁੰਦਾ, ਠੀਕ ਹੈ, ਸਮੁੰਦਰ ਦਾ ਤਲ ਹੁੰਦਾ ਨਾ, ਤਲ ਥੱਲੇ ਹੀ ਹੁੰਦਾ ਗਾ, ਡੂੰਘਾ ਹੀ ਹੁੰਦਾ। ਤਾਂ ਇਹਦਾ ਰਾਈਟ ਆਨਸਰ ਆਪਾਂ ਨੂੰ ਪਤਾ ਹੀ ਲੱਗ ਜੂਗਾ। ਇਹਦਾ ਸੰਬੰਧ ਕਿਸ ਚੀਜ਼ ਨਾਲ ਸਟੂਡੈਂਟਸ? ਡੂੰਘਾਈ ਦੇ ਨਾਲ ਹੈ, ਠੀਕ ਹੈ ਜੀ, ਡੂੰਘਾਈ ਨਾਲ ਇਸ ਨੂੰ ਜੋੜਾਂਗੇ ਆਪਾਂ। ਇਸ ਤੋਂ ਬਾਅਦ ਅਗਲਾ ਜਿਹੜਾ ਹੈ, ਕਹਿੰਦੇ ਸ਼ਾਇਰ ਕਿਸ ਨੂੰ ਕਿਹਾ ਗਿਆ ਹੈ? ਇਹ ਜਿਹੜਾ ਆਪਣਾ ਪੈਰਾ ਹੈਗਾ, ਠੀਕ ਹੈ, ਇਹਦੇ ਵਿੱਚ ਲਾਸਟ ਪ੍ਰਸ਼ਨ ਆਪਣਾ ਵੀ ਸ਼ਾਇਰ ਕਿਸ ਨੂੰ ਕਿਹਾ ਗਿਆ? ਕਵੀ ਨੂੰ ਕਿਹਾ ਗਿਆ, ਨਾਟਕਕਾਰ ਨੂੰ ਕਿਹਾ ਗਿਆ, ਕਲਾਕਾਰ ਨੂੰ ਕਿਹਾ ਗਿਆ, ਜਾਂ ਉਪਰੋਕਤ ਸਾਰਿਆਂ ਨੂੰ ਕਿਹਾ ਗਿਆ? ਤਾਂ ਆਪਾਂ ਨੇ ਇਹਦੇ ਵਿੱਚ ਦੇਖੋ ਦੇਖਿਆ ਸੀਗਾ, ਇਹਦੇ ਵਿੱਚ ਪੈਰੇ ਦੇ ਵਿੱਚ ਹੀ, ਪੈਰੇ ਦੇ ਵਿੱਚ ਕਿਸ ਦੀ ਗੱਲ ਹੋਈ ਸੀ? ਕਹਿੰਦਾ ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਵਿਖਾਲਣਾ, ਠੀਕ ਹੈ, ਵਿਖਾਲਣਾ ਸ਼ਾਇਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ, ਠੀਕ ਹੈ, ਸ਼ਾਇਰੀ ਉਹ ਕਰੇਗਾ, ਠੀਕ ਹੈ, ਸ਼ਾਇਰੀ ਕਰੂਗਾ ਤਾਂ ਉਹ ਆਪ ਹੀ ਕਰੇਗਾ ਨਾ, ਠੀਕ ਹੈ ਜੀ, ਤਾਂ ਸ਼ਾਇਰ ਉਹ ਆਪ ਹੀ ਹੋਗਾ। ਤਾਂ ਇੱਥੇ ਕਵੀ ਨੂੰ ਹੀ ਸ਼ਾਇਰ ਕਿਹਾ ਗਿਆ, ਠੀਕ ਹੈ ਜੀ, ਕਵੀ ਨੂੰ ਹੀ ਸ਼ਾਇਰ ਕਿਹਾ ਗਿਆ। ਇਹ ਸਾਰੇ ਕੁਐਸਚਨ ਸੀ। ਆਈ ਹੋਪ ਤੁਹਾਨੂੰ ਇਹ ਚੰਗਾ ਲੱਗਿਆ ਹੋਊ। ਵੈਸੇ ਜੋ ਕਵਿਤਾ ਦਾ ਕੰਮ ਹੈ, ਠੀਕ ਹੈ, ਸਭ ਜ਼ਿਆਦਾਤਰ ਬੱਚਿਆਂ ਦੀ ਕਵਿਤਾ ਦੇ ਉੱਪਰ ਹੀ ਥੋੜ੍ਹਾ ਜਿਹਾ ਹੁੰਦਾ ਵੀ ਕਵਿਤਾ ਦਾ ਜਿਹੜਾ ਪੈਰਾ ਉਹ ਥੋੜ੍ਹਾ ਸਾਨੂੰ ਕਰਨਾ ਔਖਾ ਲੱਗਦਾ। ਰੀਜ਼ਨ ਕੀ ਹੁੰਦਾ? ਕਵੀ ਦਾ ਨਾਮ ਪੁੱਛਿਆ ਜਾਂਦਾ, ਠੀਕ ਹੈ ਜੀ, ਕਵੀ ਦਾ ਨਾਮ ਪੁੱਛਿਆ ਜਾਂਦਾ, ਉਹਦੇ ਵਿੱਚ ਕਵਿਤਾ ਦੀ ਕਿਸਮ ਕਹਿ ਸਕਦੇ ਆਪਾਂ, ਕਿਸਮ ਪੁੱਛੀ ਜਾਂਦੀ ਹੈ ਵੀ ਕਿਸ ਕਿਸਮ ਦੀ ਕਵਿਤਾ ਹੈ, ਹੈ ਨਾ। ਇਹ ਜ਼ਿਆਦਾਤਰ ਬੱਚਿਆਂ ਨੂੰ ਮਤਲਬ ਕਿ ਇੱਕ ਛੰਦ ਹੋ ਗਿਆ, ਇੱਕ ਅਲੰਕਾਰ ਦਾ ਟੌਪਿਕ ਹੋ ਗਿਆ, ਇਸੇ ਵਿੱਚ ਬੱਚੇ ਜ਼ਿਆਦਾ ਕਨਫਿਊਜ਼ ਹੁੰਦੇ ਆ, ਠੀਕ ਹੈ। ਪੈਰਾ ਕਿਵੇਂ ਸੋਲਵ ਕਰਨਾ? ਕੋਈ ਵੀ ਜਦੋਂ ਪੈਰਾ ਆਉਂਦਾ ਨਾ, ਤੂੰ ਇੱਕ ਚੀਜ਼ ਦਾ ਧਿਆਨ ਰੱਖਣਾ, ਤੁਸੀਂ ਸਾਰੇ ਪੈਰੇ ਨੂੰ ਨਹੀਂ ਪੜ੍ਹਨਾ। ਜਿਵੇਂ ਕਿ ਦੇਖੋ ਇਹ ਪੈਰਾ ਛੋਟਾ ਸੀਗਾ ਬਿਲਕੁਲ, ਦੇਖੋ ਥੋੜ੍ਹੀਆਂ ਲਾਈਨਾਂ ਦਾ ਸੀਗਾ ਇਹ, 3 4 5 6 7 8 ਲਾਈਨਾਂ ਦਾ ਪੈਰਾ ਸੀ, ਬਿਲਕੁਲ ਛੋਟਾ ਜਿਹਾ। ਬਟ ਤੁਹਾਨੂੰ ਪੇਪਰ ਦੇ ਵਿੱਚ ਇੰਨਾ ਛੋਟਾ ਪੈਰਾ ਨਹੀਂ ਆਊਗਾ, ਠੀਕ ਹੈ, ਪੇਪਰ ਦੇ ਵਿੱਚ ਪੈਰਾ ਥੋੜ੍ਹਾ ਜਿਹਾ ਵੱਡਾ ਹੀ ਹੋਊਗਾ, ਕਿਉਂਕਿ ਐਗਜ਼ਾਮੀਨਰ ਨੇ ਤਾਂ ਤੁਹਾਨੂੰ ਵੱਧ ਤੋਂ ਵੱਧ ਕਨਫਿਊਜ਼ ਕਰਨਾ। ਹੋ ਸਕਦਾ ਅੱਧਾ ਪੈਰਾ ਇਸ ਪੇਜ 'ਤੇ ਪਾ ਦੇ, ਅੱਧਾ ਪੈਰਾ ਉਸ ਪੇਜ ਦੇ ਉੱਪਰ ਡਾਲ ਦੇ, ਬੱਚੇ ਬਸ ਉਹਨਾਂ ਦਾ ਟਾਈਮ ਖਰਾਬ ਹੋਵੇ। ਤਾਂ ਤੁਸੀਂ ਧਿਆਨ ਰੱਖਣਾ ਹਮੇਸ਼ਾ ਸਾਰੇ ਪੈਰੇ ਨੂੰ ਪੜ੍ਹਨ ਦੀ ਬਜਾਏ ਤੁਸੀਂ ਪਹਿਲਾਂ ਕੁਐਸਚਨ ਪੜ੍ਹਨਾ, ਸਟੂਡੈਂਟ ਕੁਐਸਚਨ ਨੂੰ ਚੈੱਕ ਕਰਨਾ, ਠੀਕ ਹੈ, ਕੁਐਸਚਨ ਪੜ੍ਹਿਆ ਦੈਨ ਉਸਦਾ ਆਨਸਰ ਦੇਖਣਾ, ਠੀਕ ਹੈ, ਦੈਨ ਉਸਦਾ ਆਨਸਰ ਦੇਖਣਾ ਵੀ ਹਾਂ ਇਹਦੇ ਵਿੱਚ ਇਹਦਾ ਮੈਨੂੰ ਆਨਸਰ ਹੋ ਸਕਦਾ ਉਹ ਫਸਟ ਲਾਈਨਾਂ ਦੇ ਵਿੱਚ ਮਿਲ ਜੇ ਜਾਂ ਫਿਰ ਲਾਸਟ ਲਾਈਨਾਂ ਦੇ ਵਿੱਚ ਵੀ ਉਹਦਾ ਆਨਸਰ ਦੇ ਸਕਦਾ, ਠੀਕ ਹੈ ਜੀ। ਦੂਸਰੀ ਇੱਥੇ ਗੱਲ ਰਹੀ ਕਵੀ ਦਾ ਨਾਮ, ਵੀ ਕਵੀ ਦਾ ਨਾਮ ਪੁੱਛਦੇ ਆ ਨਾ ਵੀ ਇਹ ਕਵਿਤਾ ਕਿਹੜੇ ਕਵੀ ਦੀ ਲਿਖੀ ਗਈ ਆ, ਤਾਂ ਮੈਂ ਇਸ ਦੇ ਉੱਪਰ ਵੀ ਵੀਡੀਓ ਬਣਾ ਦੂੰਗਾ ਵੀ ਤੁਸੀਂ ਉੱਥੇ ਸਮਝ ਸਕੋ ਵੀ ਕਿਹੜਾ ਕਵੀ ਕਿਸ ਤਰ੍ਹਾਂ ਦੀ ਕਵਿਤਾਵਾਂ ਲਿਖਦਾ, ਕਿਹੜੀਆਂ ਉਹਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਤਾਂ ਕਿ ਤੁਸੀਂ ਪਛਾਣ ਸਕੋ, ਹੈ ਨਾ। ਇਹਦੇ ਉੱਪਰ ਵੀ ਲੈ ਆਵਾਂਗੇ। ਇਸ ਤੋਂ ਇਲਾਵਾ ਕਵਿਤਾ ਦੀ ਕਿਸਮ ਪੁੱਛੀ ਜਾਂਦੀ ਵੀ ਅਧਿਆਤਮਕ ਕਵਿਤਾ, ਹੈ ਨਾ, ਵੀ ਅਧਿਆਤਮਕ ਕਵਿਤਾ ਗੀ, ਅਧਿਆਤਮਿਕ ਕਵਿਤਾ ਜਾਂ ਫਿਰ ਰੋਮਾਂਟਿਕ ਕਵਿਤਾ, ਹੈ ਨਾ, ਰੋਮਾਂਟਿਕ ਕਵਿਤਾ ਗੀ ਵੀ ਇਹ ਰੋਮਾਂਟਿਕ ਕਵਿਤਾ ਜਾਂ ਫਿਰ ਪ੍ਰਗਤੀਵਾਦੀ ਹੈ, ਹੈ ਨਾ। ਉਹ ਸਾਰੇ ਤੁਹਾਡੇ ਕੁਐਸਚਨ ਜਿਹੜੇ ਮੈਂ ਜਲਦੀ ਇਹਨਾਂ ਸਾਰਿਆਂ ਦਾ ਸੋਲਵ ਆਊਟ ਕਰੂੰਗਾ, ਜਲਦੀ ਇਹਨਾਂ ਬਾਰੇ ਮੈਂ ਵੀਡੀਓ ਬਣਾ ਦੂੰਗਾ, ਠੀਕ ਹੈ ਜੀ। ਤਾਂ ਇਹਨਾਂ ਚੀਜ਼ਾਂ ਦੇ, ਇਸ ਤੋਂ ਇਲਾਵਾ ਕਵਿਤਾ ਦੀ ਕਿਸਮਾਂ ਦੇ ਉੱਪਰ ਅਤੇ ਕਵੀ ਦਾ ਨਾਮ, ਇਹਨਾਂ ਉੱਪਰ ਬੱਚਿਆਂ ਦਾ ਜ਼ਿਆਦਾ ਜੋ ਕੁਐਸਚਨ ਹੁੰਦੇ ਆ ਸਰ ਵੀ ਇਹਨਾਂ ਬਾਰੇ ਨਹੀਂ ਪਤਾ ਲੱਗਦਾ, ਠੀਕ ਹੈ। ਫਿਲਹਾਲ ਤੁਸੀਂ ਦੇਖੋ ਅੱਜ ਕਵਿਤਾ ਬਾਰੇ ਤੁਹਾਨੂੰ ਦੱਸਿਆ ਵੀ ਕਵਿਤਾ ਹੁੰਦੀ ਕੀ ਆ, ਠੀਕ ਹੈ। ਇਸ ਨੂੰ ਇਹ ਨਾ ਸੋਚ ਲਿਆ ਵੀ ਸਾਨੂੰ ਤਾਂ ਕਵਿਤਾ ਬਾਰੇ ਪਤਾ ਹੀ ਹੈ, ਠੀਕ ਹੈ। ਜਿੰਨੇ ਮੈਂ ਪੁਆਇੰਟ ਕਰਵਾਏ ਨੇ ਸਾਰੇ ਹੀ ਇੰਪੋਰਟੈਂਟ ਨੇ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਚਲੋ ਬੱਚਿਆਂ ਨੇ ਕਵਿਤਾ ਬਾਰੇ ਤਾਂ ਚਲੋ ਸੋਲਵ ਕਰਨੀ ਹੈ ਕੁਐਸਚਨ, ਉਹਨਾਂ ਨੂੰ ਕਵਿਤਾ ਬਾਰੇ ਪਤਾ ਹੈ ਜਾਂ ਨਹੀਂ ਉਸ ਦੇ ਉੱਪਰ ਕੁਐਸਚਨ ਪਾਉਣ ਦਾ, ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਠੀਕ ਹੈ ਜੀ। ਜਿਵੇਂ ਆ ਇੱਥੇ ਲਿਖਿਆ ਹੋਇਆ ਕਲਪਨਾ, ਖਿਆਲ, ਤਾਲ, ਜਜ਼ਬੇ, ਇਹਨਾਂ 'ਚੋਂ ਕੁਐਸਚਨ ਆ ਸਕਦਾ, ਠੀਕ ਹੈ। ਜਿਵੇਂ ਆ ਮੈਂ ਦੱਸਿਆ ਸੀਗਾ ਵੀ ਅੰਦਰੂਨੀ ਭਾਵ ਕਿਹੜਾ ਹੁੰਦਾ ਕਵਿਤਾ ਦਾ ਮੇਨ, ਠੀਕ ਹੈ। ਤਾਂ ਭਾਵ ਹਮੇਸ਼ਾ ਭਾਵ ਦੇ ਉੱਪਰ ਹੀ ਸਾਰੀ ਜਿਹੜੀ ਹੈ ਉਹ ਖੜੀ ਹੁੰਦੀ ਹੈ ਕਵਿਤਾ, ਠੀਕ ਹੈ। ਹਰੇਕ ਦਾ ਸ਼ੈਲੀ ਅਲੱਗ-ਅਲੱਗ ਹੁੰਦੀ ਹੈ, ਇਹ ਸਾਰੀਆਂ ਗੱਲਾਂ ਤੁਹਾਨੂੰ ਐਕਸਪਲੇਨ ਕਰ ਚੁੱਕੇ ਹਾਂ, ਠੀਕ ਹੈ। ਆਈ ਹੋਪ ਸਟੂਡੈਂਟਸ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆ ਗਈਆਂ ਹੋਣਗੀਆਂ। ਤਾਂ ਵੀਡੀਓ ਨੂੰ ਲਾਈਕ ਕਰ ਦੇਣਾ, ਠੀਕ ਹੈ, ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਠੀਕ ਹੈ ਜੀ। ਮਿਲਦੇ ਆਪਾਂ ਨੈਕਸਟ ਕਲਾਸ ਦੇ ਵਿੱਚ। ਅੱਜ ਦੇ ਲਈ ਸਟੂਡੈਂਟਸ ਇੰਨਾ ਹੀ, ਧੰਨਵਾਦ।